ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਜਾਬ ਤੇ ਕੇਂਦਰ ਦੇ ਵਿਚਾਲੇ ਹਮੇਸ਼ਾ ਟਕਰਾਅ ਰਹਿੰਦਾ, ਕਦੇ ਵੱਧ ਜਾਂਦਾ ਕਦੇ ਘਟ ਜਾਂਦਾ, ਪਰ ਇਹ ਟਕਰਾਅ ਮੁੱਕਿਆ ਨਹੀਂ ਕਦੇ। ਜਦੋਂ ਦੀ ਸਾਨੂੰ ਸਮਝ ਆਈ ਹੈ, ਸਾਨੂੰ ਸੋਝੀ ਆਈ ਹੈ, ਉਦੋਂ ਦੀ ਮੈਂ ਗੱਲ ਕਰਦਾ ਪਿਆ। ਉਸ ਤੋਂ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਗਾ, ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਹੁੰਦੀ ਮੈਂ ਬੋਲਦਾ ਨਹੀਂ ਹੁੰਦਾ ਗਾ। ਪਰ ਹੁਣ ਇਹ ਟਕਰਾਅ ਵੱਧਦਾ ਹੀ ਜਾ ਰਿਹਾ। ਕਦੇ UT ਦਾ ਮਸਲਾ ਖੜਾ ਹੋ ਜਾਂਦਾ, ਕਦੇ BBMB ਦਾ, ਕਦੇ BSF ਦਾ, ਕਦੇ RDF ਦਾ। ਇਹ ਬਹੁਤ ਸਾਰੇ ਸਵਾਲ ਹੈ ਪੰਜਾਬ ਦੇ ਅੱਗੇ ਖੜੇ ਆ ਤੇ ਇਹ ਸਵਾਲ ਕਿਸਾਨ ਸੰਘਰਸ਼ ਦੇ ਵਿਚਾਲੇ ਹੋਰ ਵੱਡੇ ਹੁੰਦੇ ਗਏ। ਉਸ ਤੋਂ ਬਾਅਦ ਇਹ ਚੋਣਾਂ ਹੋਈਆਂ, ਚੋਣਾਂ ਦੇ ਵਿਚਾਲੇ ਵੀ ਇਹ ਸਵਾਲ ਰੁਕੇ ਨਹੀਂ ਗਏ। ਉਹ ਵੱਖਰੀ ਗੱਲ ਹੈ ਕਿ ਕਿਸੇ ਨੇ ਮੈਨੀਫੈਸਟੋ ਵਿੱਚ ਛੋਟਾ ਜਿਹਾ ਪੁਆਇੰਟ ਸ਼ਾਮਲ ਕਰਕੇ ਉਹਦੀ ਗੱਲ ਨਾ ਕੀਤੀ ਹੋਵੇ। ਮੈਨੂੰ ਉਹ ਸਿਆਸਤ ਦਾ ਨਹੀਂ ਪਤਾ ਕਿਉਂ ਨਹੀਂ ਸੰਘੀ ਢਾਂਚੇ ਦੀ ਗੱਲ ਕਰਦੀ, ਪਰ ਅੱਜ ਬਹੁਤ ਕਰ ਰਹੇ ਆ। ਅੱਜ ਕਿਉਂ ਕਰਨੀ ਪੈ ਰਹੀ ਹੈ, ਸਵਾਲ ਇਹ ਵੀ ਹੋਣਾ ਚਾਹੀਦਾ ਹੈ। ਤੇ ਇਹਨਾਂ ਸਵਾਲਾਂ ਦੇ ਵਿਚਾਲੇ ਜਦੋਂ ਸਿਆਸਤਦਾਨ ਇਹ ਸੋਚਣ ਕਿ ਅਸੀਂ ਪ੍ਰੋਟੈਸਟ ਕਰਨਾ, ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣੇ ਆ, ਅਸੀਂ ਗਵਰਨਰ ਨੂੰ ਮਿਲਣਾ ਹੈਗਾ, ਤੇ ਉਸ ਦੇ ਵਿਚਾਲੇ ਜਦੋਂ ਕਿਸਾਨ ਵੀ ਸੜਕਾਂ ਤੇ ਆ ਜਾਣ ਤਾਂ ਫਿਰ ਇਹ ਸਿਆਸਤ ਸੋਚਣ ਲੱਗ ਪੈਂਦੀ ਹੈ ਕਿ ਹੁਣ ਥੋੜ੍ਹਾ ਪਿੱਛੇ ਹੋਈਏ, ਕਿਸਾਨ ਲੱਗ ਜਾਣਗੇ ਅੱਗੇ। ਇਹ ਕਿਸਾਨਾਂ ਨੂੰ ਅੱਗੇ ਕਿਉਂ ਕੀਤਾ ਜਾ ਰਿਹਾ? ਕਿਸਾਨਾਂ ਦੀ ਮਜਬੂਰੀ ਅੱਗੇ ਹੋਣਾ ਜਾਂ ਕਿਸਾਨਾਂ ਲਈ ਜ਼ਰੂਰੀ ਅੱਗੇ ਹੋਣਾ? ਇਹ ਸਾਰੇ ਸਵਾਲ ਹੈ, ਕਿਉਂਕਿ ਸਵਾਲ ਪੰਜਾਬ ਦੇ ਪਾਣੀਆਂ ਦਾ ਵੀ ਹੈ। ਤੇ ਵੱਡਾ ਸਵਾਲ ਇਹੀ ਪੁੱਛਾਂਗੇ ਕਿ ਪੰਜਾਬ ਦੇ ਹੱਕਾਂ 'ਤੇ ਵੱਜ ਰਿਹਾ ਟਾਕਾ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਪੰਜਾਬ ਵਿੱਚ ਸੰਘੀ ਢਾਂਚੇ ਦਾ ਸਵਾਲ ਅੱਜ ਦਿਨ ਵੱਡਾ ਕਿਉਂ ਹੁੰਦਾ ਜਾ ਰਿਹਾ? ਇਸੇ ਵੱਡੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰੀਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰ ਦੇਣੀ। ਡਾਕਟਰ ਪਹਿਲਾ ਗਰਗ, ਸਾਬਕਾ ਰਜਿਸਟਰਾਰ ਬਾਬਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ, ਅਕਸਰ ਸੰਘੀ ਢਾਂਚੇ ਦੀ ਗੱਲ ਕਰਦੇ ਰਹਿੰਦੇ ਆ ਤੇ ਨਾਲ ਹੀ ਇਹ ਕਹਿੰਦੇ ਆ ਕਿ ਸੰਘੀ ਢਾਂਚੇ ਦੀ ਗੱਲ ਸਿਆਸਤ ਨੂੰ ਜਿੰਨੀ ਸੂਟ ਕਰਦੀ ਹੈ ਉਨੀ ਕਰਦੀ ਹੈ, ਉਸ ਤੋਂ ਜ਼ਿਆਦਾ ਕਿਉਂ ਨਹੀਂ ਕਰਦੀ? ਇਹ ਡਾਕਟਰ ਗਰਗ ਵਾਰ-ਵਾਰ ਸਵਾਲ ਕਰਦੇ ਕਿਉਂਕਿ ਇਹਨਾਂ ਸਵਾਲਾਂ ਦੇ ਵਿਚਾਲੇ ਸਿਆਸਤ ਬਹੁਤ ਕੁਝ ਸੋਚਦੀ ਵਿਚਾਰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਤੁਰਨਾ ਵੀ ਪੈ ਸਕਦਾ। ਇਸ ਲਈ ਸੰਘੀ ਢਾਂਚੇ ਦਾ ਸਵਾਲ ਉਨਾ ਕੁ ਕਰੋ ਜਿੰਨਾ ਕੁ ਜ਼ਰੂਰੀ ਹੈਗਾ। ਡਾਕਟਰ ਗਰਗ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ ਬਹੁਤ ਬਹੁਤ। ਮਿਸਟਰ SS ਚੰਨੀ ਫਾਰਮਰ IAS ਨੇ, ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੂੰ ਪਤਾ ਕਿ ਅਧਿਕਾਰੀ ਕੀ ਕਰਦੇ ਆ ਤੇ ਸਿਆਸਤ ਕੀ ਕਰਦੀ ਹੈ। ਹੋ ਸਕਦਾ ਅਧਿਕਾਰੀ ਸਲਾਹ ਦਿੰਦੇ ਹੋਣ ਤੇ ਸਿਆਸਤ ਕਰ ਦਿੰਦੀ ਹੋਵੇ, ਜਾਂ ਸਿਆਸਤ ਕਹਿੰਦੀ ਹੋਵੇ ਤੇ ਅਧਿਕਾਰੀ ਕਰ ਦਿੰਦੇ ਹੋਣ। ਇਹ ਚੰਨੀ ਸਾਹਿਬ ਤੋਂ ਸਵਾਲ ਹੋਣਗੇ ਕਿਉਂਕਿ ਚੰਨੀ ਸਾਹਿਬ ਦੀ ਸਰਕਾਰ ਤੇ ਸਵਾਲ ਉੱਠਦੇ ਪਏ ਵਾਰ-ਵਾਰ ਕਿ ਕੇਂਦਰ ਸਰਕਾਰ ਪੰਜਾਬ ਦੀ ਸੰਘੀ ਕੁੱਟਣਾ ਚਾਹੁੰਦੀ ਹੈ। ਚੰਨੀ ਸਾਹਿਬ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ। ਖੜਿਆਲ ਸਾਹਿਬ ਖੁਦ ਵਕੀਲ ਵੀ ਹੈ ਤੇ ਇਹਨਾਂ ਦੀ ਪਾਰਟੀ ਇਸ ਵਕਤ ਇਹਨਾਂ ਮੁੱਦਿਆਂ ਤੇ ਬੋਲਦੀ ਤਾਂ ਪਈ ਹੈ, ਪਰ ਜਿਹੜਾ ਐਕਸ਼ਨ ਇਹਨਾਂ ਨੂੰ ਲੈਣਾ ਚਾਹੀਦਾ ਉਹ ਐਕਸ਼ਨ ਹਜੇ ਤੱਕ ਦਿਖਦਾ ਨਹੀਂ ਪਿਆ। ਸਰਕਾਰ ਹਜੇ ਵੀ ਇਹਨਾਂ ਦੀ ਹੈਗੀ ਆ, ਪਰ ਤਾਂ ਨਹੀਂ ਇਹ ਕਿਉਂ ਮੰਨੀ ਬੈਠੇ ਆ ਸਰਕਾਰ ਇਹਨਾਂ ਦੀ ਨਹੀਂ ਹੈਗੀ ਕੀ? ਇਹ ਖੜਿਆਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਇੰਨੇ ਮਾਮਲੇ ਉੱਠਦੇ ਪਏ ਆ ਤੇ ਸਰਕਾਰੀ ਪੱਧਰ ਤੇ ਕੋਸ਼ਿਸ਼ਾਂ ਕੀ ਕੀਤੀਆਂ ਜਾ ਰਹੀਆਂ। ਮਿਸਟਰ ਖੜਿਆਲ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਸੰਯੁਕਤ ਸਮਾਜ ਮੋਰਚਾ ਤੇ ਉਹਨਾਂ ਨੁਮਾਇੰਦਿਆਂ ਵਿੱਚ ਸ਼ਾਮਲ ਹੈ ਜਿਹੜੇ ਕਿ ਇਹਨਾਂ ਮੁੱਦਿਆਂ ਤੇ ਇਸ ਤੋਂ ਪਹਿਲਾਂ ਵੀ ਬੋਲਦੇ ਰਹੇ ਤੇ ਹੁਣ ਰਾਜ ਭਵਨ ਤੱਕ ਪਹੁੰਚ ਗਿਆ, ਰਾਜਪਾਲ ਨੂੰ ਮਿਲਣ ਨਹੀਂ ਦਿੱਤਾ ਗਿਆ ਤੇ ਸੜਕ ਤੇ ਪਤਾ ਨਹੀਂ ਕੀ ਕੀਤਾ ਸੀ ਇਹਨਾਂ ਨੇ, ਮੈਨੂੰ ਯਾਦ ਭੁੱਲ ਗਿਆ, ਪਰ ਉਹ ਜੁੱਤੀਆਂ ਜ਼ਰੂਰ ਮਾਰੀਆਂ ਸੀ ਸੜਕ ਤੇ। ਪਤਾ ਨਹੀਂ ਕਿਹਨੂੰ ਮਾਰ ਕੇ ਆਇਆ, ਮੈਨੂੰ ਨਹੀਂ ਪਤਾ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਮਨਜੀਤ ਸਿੰਘ, ਸਵਾਲ ਤੁਹਾਡੇ ਤੋਂ ਸ਼ੁਰੂ ਕਰਦਾ ਮੈਂ ਪਹਿਲਾਂ। ਪ੍ਰੋਫੈਸਰ ਮਨਜੀਤ ਸਿੰਘ, ਇਹ ਕਿਉਂ ਲੋੜ ਪੈ ਰਹੀ ਹੈ ਇਹ ਪ੍ਰੋਟੈਸਟ ਕਰਨ ਦੀ? ਪ੍ਰੋਫੈਸਰ ਮਨਜੀਤ ਸਿੰਘ, ਤੁਸੀਂ ਵੈਸੇ KP ਸਿੰਘ ਬਹੁਤ ਹੀ ਸਿਆਣੇ ਐਂਕਰ ਵਾਂਗੂ ਸਾਰਾ ਚੀਜ਼ ਦਾ ਬਰੀਫ ਕਰਤਾ ਤੇ ਨਾਲ ਇੱਕ ਸਵਾਲ ਵੀ ਖੜਾ ਕਰਤਾ ਕਿ ਕਿਸਾਨਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਜੋ ਕਰਨਾ ਚਾਹੀਦਾ ਸੀ ਉਹ ਆਪਣੀ ਜ਼ਿੰਮੇਵਾਰੀ ਛੱਡ ਕੇ ਇਹਨਾਂ ਨੂੰ ਅੱਗੇ ਲਾ ਰਹੇ ਆ। ਮੇਰਾ ਖਿਆਲ ਜਾਰੀ ਤੌਰ ਤੇ ਇਹ ਨਹੀਂ ਹੈ। ਪੰਜਾਬ ਦੇ ਵਿੱਚ ਵੈਸੇ ਹੀ ਇੱਕ ਇਹੋ ਜਿਹੀ ਰਾਜਨੀਤਿਕ ਚੇਤਨਾ ਕਹਿ ਲਓ ਜਾਂ ਬਹਾ ਕਹਿ ਲਓ, ਰਾਜਨੀਤਿਕ ਪਾਰਟੀਆਂ ਮੈਨੂੰ ਲੱਗਦਾ ਸਵਾਲ ਤੁਸੀਂ ਮੇਰਾ ਜਿਹੜੇ ਸੰਦਰਭ ਵਿੱਚ ਮੈਂ ਕੀਤਾ, ਮੈਨੂੰ ਲੱਗਦਾ ਸ਼ਾਇਦ ਉਸ ਸੰਦਰਭ ਵਿੱਚ ਨਹੀਂ ਸਮਝੇ। ਮੈਂ ਸਮਝਾ ਦਿੰਦਾ ਪ੍ਰੋਫੈਸਰ ਮਨਜੀਤ ਸਿੰਘ। ਮੈਂ ਸਵਾਲ ਇਸ ਕਰਕੇ ਕਰ ਰਿਹਾ ਸੀ ਜੋ ਰਾਜਨੀਤਿਕ ਧਿਰਾਂ ਨੂੰ ਕਰਨਾ ਚਾਹੀਦਾ ਸੀ ਕੀ ਉਹ ਕਰ ਰਹੀਆਂ ਨੇ, ਜਿਹੜਾ ਤੁਹਾਨੂੰ ਕਰਨਾ ਪੈ ਰਿਹਾ? ਵੈਸੇ ਤਾਂ ਤੁਸੀਂ ਹੁਣ ਸਿਆਸੀ ਧਿਰ ਵਜੋਂ ਵਿਚਰਦੇ ਪਏ ਹੋ ਪ੍ਰੋਫੈਸਰ ਮਨਜੀਤ ਸਿੰਘ। ਮੈਂ ਸਵਾਲ ਇਸ ਕਰਕੇ ਕਰਦਾ ਪਿਆ ਕਿਉਂਕਿ ਵਾਰ-ਵਾਰ ਸਿਆਸੀ ਧਿਰਾਂ ਸੋਚਦੀਆਂ ਪਈਆਂ ਕਿਸਾਨ ਆਪੇ ਮੋਰਚਾ ਲਾ ਲੈਣਗੇ, ਸਾਨੂੰ ਕੀ ਕਰਨ ਦੀ ਲੋੜ ਹੈ? ਖੈਰ ਚਲੋ ਆਪਣਾ ਗੱਲ ਇੱਕੋ ਹੀ ਕਰ ਰਹੇ, ਮੈਂ ਵੀ ਤੁਹਾਡੇ ਵਾਲੀ ਕਰ ਰਿਹਾ। ਮੈਨੂੰ ਕੋਈ ਤੁਹਾਡੀ ਗੱਲ ਦੇ ਨਾਲ ਉਹ ਨਹੀਂ ਹੈਗਾ ਕਿ ਜੋ ਸਿਆਸੀ ਪਾਰਟੀਆਂ ਨੂੰ ਕਰਨਾ ਚਾਹੀਦਾ ਸੀ ਉਹ ਛੱਡ ਗਈਆਂ ਆ, ਪਰ ਇਹ ਉਹਨਾਂ ਵੱਲੋਂ ਲਾਏ ਹੋਏ ਅੱਗੇ ਨਹੀਂ ਹੈਗੇ, ਇਹ ਆਪ ਲੱਗੇ ਹੋਏ ਹੈਗੇ। ਇਹ ਫਰਕ ਹੈਗਾ ਕਿ ਜਿਹੜੇ ਜਦੋਂ ਇਹਨਾਂ ਤੇ ਪਈ ਤੇ ਇਹਨਾਂ ਨੇ ਦੇਖਿਆ ਕਿ ਲੋਕ ਰਿਸਪੌਂਸ ਕਰ ਰਹੇ ਤੇ ਇਹਨਾਂ ਨੂੰ ਇੱਕ ਹਥਿਆਰ ਪਬਲਿਕ ਪ੍ਰੋਟੈਸਟ ਦਾ, ਸੜਕਾਂ ਤੇ ਪ੍ਰੋਟੈਸਟ ਦਾ ਬਹੁਤ ਵਧੀਆ ਸੂਟ ਵੀ ਕੀਤਾ, ਜਿਹਦੇ ਵਿੱਚ ਇਹਨਾਂ ਦਾ ਇੱਜ਼ਤਮਾਨ ਵੀ ਵਧਿਆ ਤੇ ਉਸ ਹਥਿਆਰ ਨੂੰ ਇਹ ਕਦੇ ਵੀ ਖੁੰਡਾ ਹੋਣ ਦੇਣਾ ਜਾਂ ਜੰਗਾਲ ਲੱਗਣ ਦੇਣਾ ਨਹੀਂ ਚਾਹੁੰਦੇ। ਅਜੇ 10 ਤਰੀਕ ਨੂੰ ਰਿਜ਼ਲਟ ਨਹੀਂ ਆਏ ਤੇ ਇਹ ਸੜਕਾਂ ਤੇ ਐਡਾ ਵੱਡਾ ਅੱਜ ਪ੍ਰੋਟੈਸਟ ਜੋ ਹੋਇਆ
ਇਹ ਉਹਨਾਂ ਯੂਨੀਅਨਾਂ ਵੱਲੋਂ ਹੀ ਆ ਜਿਹੜੀਆਂ ਕਦੀ ਕਹਿੰਦੇ ਸੀ ਕਮਜ਼ੋਰ ਪੈ ਗਈਆਂ, ਕਦੀ ਕਹਿ ਰਹੇ ਸੀਗੇ ਰਾਜੇਵਾਲ ਤੇ ਹੁਣ ਲੱਗ ਪੈ ਗਿਆ, ਹੁਣ ਰਾਜੇਵਾਲ ਕੀ ਕਰੂਗਾ, ਹੁਣ ਰਾਜੇਵਾਲ ਨੂੰ ਕੌਣ ਮੰਨੂਗਾ। ਉਹ ਅੱਜ ਫੇਰ ਉਹਨਾਂ ਹੀ ਕਿਸਾਨਾਂ ਦੇ ਸਾਰਿਆਂ ਦੇ ਉਹ ਲੀਡਰ ਸੀਗੇ ਸਾਰਿਆਂ ਦੇ। ਚਲੋ ਕੁਝ ਯੂਨੀਅਨਾਂ ਚ ਨਹੀਂ ਸੀ 22 ਜਥੇਬੰਦੀਆਂ ਜਾਂ 32 ਹੈ ਸਰ? ਨਹੀਂ ਉਹੀ ਮੈਂ ਕਹਿਣ ਲੱਗਾ ਕਿ ਉਹ ਸਾਰੀਆਂ ਯੂਨੀਅਨਾਂ ਨਹੀਂ ਸੀ, 22 ਯੂਨੀਅਨਾਂ ਸੀਗੀਆਂ ਜਿਨ੍ਹਾਂ ਨੇ 7 ਦਿਨ ਪਹਿਲਾਂ ਫੈਸਲਾ ਕੀਤਾ ਸੀਗਾ, ਜਿਹੜੀਆਂ ਇਲੈਕਸ਼ਨਾਂ 'ਚ ਵੀ ਐਕਟਿਵ ਸੀਗੀਆਂ, ਕੁਝ ਪੂਰੀ ਤਰ੍ਹਾਂ ਕੁਝ ਘੱਟ ਵੱਧ। ਕਹਿਣ ਦਾ ਮਤਲਬ ਇਹ ਹੈ ਕਿ ਅੱਜ ਜੋ ਹੋਏ, ਜੇ ਮੁੱਦੇ ਕਹੋ ਤੇ ਮੈਂ ਦੱਸ ਦਿੰਦਾ ਕਿਹੜੇ ਸੀਗੇ। ਬੋਲੋ ਸਰ, ਫਟਾਫਟ ਬੋਲੋ ਪਲੀਜ਼। 6 ਮੁੱਦੇ ਸੀਗੇ। ਇੱਕ ਤੇ ਚੰਡੀਗੜ੍ਹ ਦਾ ਮੁੱਦਾ ਵੀ ਇਹਨੂੰ ਕਿਉਂ ਨਹੀਂ ਇੱਥੇ ਪੰਜਾਬ ਦੇ ਹਵਾਲੇ ਕੀਤਾ ਜਾ ਰਿਹਾ, ਤੇ 60-40 ਦੀ ਰੇਸ਼ੋ ਵਿੱਚ ਜਿਹੜੇ EMPLOYE ਆ ਇੱਥੇ ਲੱਗਣੇ ਸੀ ਪੰਜਾਬ ਦੇ 60%, ਉਹ ਕਿਉਂ ਨਹੀਂ ਲਾਏ ਜਾ ਰਹੇ। ਸਭ ਤੋਂ ਅਹਿਮ ਮੁੱਦਾ ਸੀ BBM ਦਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ, ਜਿਹੜਾ ਕਿ ਸੈਂਟਰ ਨੂੰ ਦਿੱਤਾ ਜਾ ਰਿਹਾ ਆ, ਔਰ ਜਿਹੜੀ ਉਹਦੀ ਸਿਕਿਉਰਿਟੀ ਦਾ ਕੰਮ ਸਾਰਾ ਆਪਣੇ ਹੱਥ ਲੈ ਲਿਆ ਪਿਛਲੇ 2 ਸਾਲ ਤੋਂ ਡੈਮ ਸਿਕਿਉਰਿਟੀ ਐਕਟ ਦੇ ਤਹਿਤ। ਅਗਲੀ ਗੱਲ ਸੀਗੀ ਜਿਹੜੀ ਲਖੀਮਪੁਰ ਖੀਰੀ ਦੇ ਵਿੱਚ ਉਹ ਬੰਦੇ ਨੂੰ ਕਿਉਂ ਆਸ਼ੀਸ਼ ਜਿਹੜਾ ਮਿਸ਼ਰਾ ਨੂੰ ਛੱਡਿਆ ਗਿਆ, ਉਹਨਾਂ ਦਾ ਕਹਿਣਾ ਆ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ। ਇਹੋ ਜਿਹੀਆਂ ਗੱਲਾਂ ਇਸੇ ਤਰੀਕੇ ਨਾਲ ਜਿਹੜਾ ਇਤਿਹਾਸ ਨਾਲ ਤਰੋੜ ਮਰੋੜ ਕੀਤੀ ਗਈ ਹੈ। ਪੰਜਾਬੀ ਦੀਆਂ ਟੈਕਸਟ ਬੁੱਕਾਂ ਦੇ ਸਕੂਲਾਂ ਦੀਆਂ ਬੁੱਕਾਂ ਦਾ ਉਹਦਾ ਵੀ ਉਹਨਾਂ ਨੇ ਮਸਲਾ ਇੱਥੇ ਰੱਖਿਆ। ਇਹ ਇਸੇ ਤਰ੍ਹਾਂ ਯੂਕਰੇਨ ਦਾ ਮਸਲਾ ਵੀ, ਜਿਹੜੇ ਬੱਚੇ ਉੱਥੋਂ ਆਉਣੇ ਚਾਹੀਦੇ ਆ ਲਿਆ ਕੇ ਤੇ ਉਹਨਾਂ ਨੂੰ ਇੱਥੇ ਮੈਡੀਕਲ ਦੀਆਂ ਡਿਗਰੀਆਂ ਪੂਰੀਆਂ ਕਰਵਾਉਣੀਆਂ ਚਾਹੀਦੀਆਂ। ਠੀਕ ਹੈ ਡਾਕਟਰ ਗਰਗ, ਬਹੁਤ ਸੰਖੇਪ ਵਿੱਚ ਮੈਨੂੰ ਤੁਹਾਡੇ ਤੋਂ ਜਵਾਬ ਚਾਹੀਦਾ। ਡਾਕਟਰ ਗਰਗ, ਇਹ ਸਵਾਲ ਮੈਨੂੰ ਕਿਉਂ ਪੁੱਛਣਾ ਪੈ ਰਿਹਾ ਕਿ ਸੰਘੀ ਢਾਂਚੇ ਵਾਲਾ ਸਵਾਲ ਵੱਡਾ ਹੁੰਦਾ ਜਾ ਰਿਹਾ ਪੰਜਾਬ ਵਿੱਚ? ਨਹੀਂ, ਕਿਉਂਕਿ ਰੋਜ਼ ਜੇ ਅਸੀਂ ਦੇਖਦੇ ਹਾਂ ਕਿ ਜੀ ਚੰਡੀਗੜ੍ਹ ਨੂੰ ਰਾਜ ਸਭਾ ਦੀ ਸੀਟ ਚਾਹੀਦੀ ਹੈ, ਮਨੀਸ਼ ਤਿਵਾੜੀ ਕਾਂਗਰਸ ਦੇ MP ਜਿੱਤਦੇ ਤਾਂ ਆਨੰਦਪੁਰ ਸਾਹਿਬ ਤੋਂ ਨੇ, ਪਰ ਉਹ ਪ੍ਰਾਈਵੇਟ ਬਿੱਲ ਇਹ ਨਹੀਂ ਲੈ ਕੇ ਆਉਂਦੇ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ। ਉਹ ਬਿੱਲ ਇਹ ਲੈ ਕੇ ਆਉਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਰਾਜ ਸਭਾ ਦੀ ਸੀਟ ਬਣਾਈ ਜਾਵੇ। ਇਹਦਾ ਮਤਲਬ ਚੰਡੀਗੜ੍ਹ ਪੰਜਾਬ ਦਾ ਨਾ ਰਹੇ। ਆਖਿਰਕਾਰ ਇਹਦਾ ਮਤਲਬ ਤਾਂ ਇਹੀ ਹੋਏਗਾ। ਹਾਲਾਂਕਿ ਬਣਾਉਣੀ ਨਾ ਬਣਾਉਣੀ ਕਾਫੀ ਔਖਾ ਹੈ, ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਇਸ ਗੱਲ ਨੂੰ। ਇਸੇ ਤਰ੍ਹਾਂ ਹੀ ਇਹ BBMG ਦਾ ਮੁੱਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਪਹਿਲਾਂ 50 ਕਿਲੋਮੀਟਰ ਤੱਕ ਸਿਕਿਉਰਿਟੀ ਜਿਹੜੀ BSF ਨੂੰ ਦਿੱਤਾ ਹੈ। ਜੇ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹਾਂ ਤੇ ਹੁਣ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਨੇ ਕਹਿਤਾ ਵੀ ਅਸੀਂ ਤਾਂ ਪੂਰਾ ਐਲਾਨੀਆਂ ਕਹਿਤਾ ਹੁਣ ਮੋਹਨ ਭਗਤ ਜੀ ਨੇ ਕਿ ਅਸੀਂ ਤਾਂ ਸਾਡਾ ਮਿਡਵਰਡ ਏਰੀਏ ਸਮੇਂ ਦਾ ਇਤਿਹਾਸ ਪੜ੍ਹਾਉਣਾ ਹੈ। ਜਿਹੜੇ ਉਹਦੇ ਉੱਤੇ ਸਵਾਲ ਕਰਦੇ ਨੇ ਕਿ ਗਲਤ ਹੈ, ਉਹਨਾਂ ਦੇ ਦਿਮਾਗਾਂ 'ਚ ਪਾਉਣਾ ਕਿ ਨਾ ਭਾਈ ਇਹ ਸਵਾਲ ਨਾ ਕਰੋ। ਜੋ ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲ ਜੀਨ ਟੈਕਨੋਲੋਜੀ ਸੀ, ਸਾਡੇ ਕੋਲ ਤਾਂ ਮਤਲਬ ਪਹਿਲਾਂ ਹੀ ਅਸੀਂ ਟਰਾਂਸਪਲਾਂਟ ਜਾਣਦੇ ਸੀਗੇ, ਟਿਸ਼ੂ ਟਰਾਂਸਪਲਾਂਟ, ਉਹ ਸਾਰਾ ਕੁਝ ਜਿਹੜਾ ਹੈ ਅਸੀਂ ਉਹਨਾਂ ਦੇ ਦਿਮਾਗਾਂ 'ਚ ਪਾਉਣਾ ਕਿ ਪੁਰਾਣੇ ਜ਼ਮਾਨੇ 'ਚ ਕੀ ਸੀ, ਇਹ ਕੋਈ ਨਵੀਂ ਲੱਭਤ ਨਹੀਂ ਹੈ। ਸੋ ਇਹ ਸਾਡੇ ਉੱਤੇ ਸੰਘੀ ਢਾਂਚੇ ਪੰਜਾਬੀ ਦੇ ਉੱਤੇ, ਪੰਜਾਬੀ ਨੂੰ ਗੌਣ ਭਾਸ਼ਾ ਬਣਾਤਾ, ਵਿਸ਼ਾ ਬਣਾਤਾ, ਉਹਦੇ ਉੱਤੇ ਵੀ ਉਹਨਾਂ ਦਾ ਉਹੀ ਸਟੈਂਡ ਹੈ ਜਿਹੜੀਆਂ ਰੀਜਨਲ ਲੈਂਗੁਏਜ ਨੇ। ਸੋ ਇਸ ਕਰਕੇ ਪੰਜਾਬ, ਕਿਉਂਕਿ ਪੰਜਾਬ ਦੀ ਭਾਸ਼ਾਈ ਘੱਟ ਗਿਣਤੀ ਵੀ ਹੈ, ਅਸੀਂ ਜਿਹੜੇ ਹੈਗੇ ਧਰਮ ਘੱਟ ਗਿਣਤੀ ਵੀ ਹਾਂ, ਪੰਜਾਬ ਨਾਲ ਵਿਸ਼ੇਸ਼ ਤੌਰ ਤੇ ਧੱਕਾ ਕਰਿਆ ਜਾ ਰਿਹਾ ਹੈ। ਉਹਦੇ ਵਿੱਚ ਕਿਉਂਕਿ ਕੇਂਦਰ ਨੂੰ ਐਂ ਲੱਗਦਾ ਹੈ, ਸਰਕਾਰ ਇਹ ਹੋਵੇ ਜਾਂ B ਹੋਵੇ, ਵੀ ਰੌਲਾ ਤਾਂ ਪੰਜਾਬ ਹੀ ਪਾਉਂਦਾ। ਚਾਹੇ ਐਮਰਜੈਂਸੀ ਦੇ ਖਿਲਾਫ ਰੌਲਾ ਪਾਇਆ ਸੀ ਤਾਂ ਵੀ ਪੰਜਾਬ ਨੇ ਪਾਇਆ, ਜੇ ਹੁਣ ਖੇਤੀ ਬਿਨਾਂ ਤੇ ਪਾਇਆ ਤਾਂ ਵੀ ਪੰਜਾਬ ਤੋਂ ਸ਼ੁਰੂ ਹੋਇਆ। ਮੈਂ ਇੱਕ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਵਾਂਗੇ। 2 ਧਿਰਾਂ ਜਿਹੜੀਆਂ ਬੈਠੀਆਂ ਸਿਆਸਤ ਦੀਆਂ, ਜਿਹੜੀਆਂ ਮੁੱਖ ਧਿਰ ਤੇ ਇੱਕ ਵਿਰੋਧੀ ਧਿਰ ਹੈਗੀ ਹੈ, ਉਹਨਾਂ ਤੋਂ ਸਵਾਲ ਵੀ ਹੋਣਗੇ ਕਿ ਪੰਜਾਬ ਤੇ ਹੱਕਾਂ ਤੇ ਡਾਕਾ ਵੱਜ ਰਿਹਾ। ਇਹ ਸਵਾਲ ਹੈ ਜਿਹੜਾ ਉਹ ਸਿਆਸਤ ਅੱਜ ਇੰਨੇ ਵੱਡੇ ਪੱਧਰ ਤੇ ਉਠਾਉਣ ਦੀ ਕੋਸ਼ਿਸ਼ ਵਿੱਚ ਕਿਉਂ ਹੈ? ਕਿਉਂਕਿ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਹੋਇਆ ਤਾਂ ਉਦੋਂ ਵੀ ਕਿਸਾਨ ਵਾਰ-ਵਾਰ ਇਹ ਕਹਿੰਦੇ ਸੀ, ਮੈਨੂੰ ਉਹ ਜ਼ਿਕਰ ਵਾਰ-ਵਾਰ ਕਰਨਾ ਪੈ ਰਿਹਾ ਕਿਉਂਕਿ ਇਹਦਾ ਸਾਰਾ ਕੰਟੈਕਸਟ ਹੈ ਜਿਹੜਾ ਉਹ ਇਹਦੇ ਨਾਲ ਮਿਲਦਾ ਹੈਗਾ। ਉਦੋਂ ਕਿਸਾਨ ਕਹਿੰਦੇ ਸੰਘੀ ਢਾਂਚੇ ਦੀ ਗੱਲ ਨਹੀਂ ਕਰਦੀ ਹੈ ਸਿਆਸਤ, ਉਦੋਂ ਸੰਘੀ ਢਾਂਚੇ ਦਾ ਸਵਾਲ ਦੱਬਿਆ ਹੋਇਆ ਸੀਗਾ। ਹੁਣ ਚੋਣਾਂ ਹੋ ਗਈਆਂ ਤੇ ਇਸ ਸਵਾਲ ਨੂੰ ਵੱਡਾ ਕੀਤਾ ਜਾ ਰਿਹਾ। ਕਿਉਂ ਕੀਤਾ ਜਾ ਰਿਹਾ? ਇਹੀ ਸਵਾਲ ਹੈ। ਵਾਪਸ ਆ ਰਹੇ ਪੰਜਾਬ ਵਿੱਚ ਸੰਘੀ ਢਾਂਚੇ ਦਾ ਸਵਾਲ ਆਏ ਦਿਨ ਵੱਡਾ ਕਿਉਂ ਹੁੰਦਾ ਜਾ ਰਿਹਾ? ਚੰਨੀ ਸਾਹਿਬ, ਤੁਹਾਡੇ ਕੋਲ ਮੈਂ ਬਾਅਦ ਚ ਆਊਂਗਾ। ਦਿੱਲੀ ਬੜੀ ਦੂਰ ਹੈਗੀ ਹੈ ਪੰਜਾਬ ਤੋਂ। ਖੜਿਆਲ ਸਾਹਿਬ ਮੈਂ ਇੱਥੋਂ ਸ਼ੁਰੂ ਕਰਦਾ ਜਿੱਥੋਂ ਡਾਕਟਰ ਗਰਗ ਨੇ ਸ਼ੁਰੂਆਤ ਕੀਤੀ ਹੈ, ਮਨੀਸ਼ ਤਿਵਾੜੀ ਹਰਾਂ ਤੋਂ। ਮਨੀਸ਼ ਤਿਵਾੜੀ ਹਰੀ ਰੋਡ ਮੈਪ ਤਿਆਰ ਕਰਦੇ ਪਏ ਆ ਕਿ ਕਦੋਂ ਮੈਂ ਕਾਂਗਰਸ ਤੋਂ ਜਾਵਾਂ, ਜਾਂ ਵਾਕਈ ਮਨੀਸ਼ ਤਿਵਾੜੀ ਦਾ ਸਵਾਲ ਹੈ ਜਿਹੜਾ ਉਹ ਇਸ ਡਿਬੇਟ ਦਾ ਹਿੱਸਾ ਨਹੀਂ ਹੋਣਾ ਚਾਹੀਦਾ? ਮਿਸਟਰ ਖੜਿਆਲ।
ਦੇਖੋ ਜਿਹੜਾ ਸਵਾਲ ਤੁਸੀਂ ਵੀ ਪੁੱਛਿਆ ਤੇ ਗਰਗ ਸਾਹਿਬ ਨੇ ਵੀ ਪੁੱਛਿਆ, ਮੈਂ ਉਹਦਾ ਇਕੱਠੇ ਦਾ ਜਵਾਬ ਦੇ ਦੇਣਾ। ਗਰਗ ਸਾਹਿਬ ਨੇ ਕਿਹਾ ਵੀ ਇੱਕ ਬਿੱਲ, ਪ੍ਰਾਈਵੇਟ ਮੈਂਬਰਸ ਬਿੱਲ ਕਿਉਂ ਨਹੀਂ ਇੰਟਰੋਡਿਊਸ ਕੀਤਾ ਗਿਆ ਲੋਕ ਸਭਾ ਦੇ ਵਿੱਚ ਬਾਈ ਮਨੀਸ਼ ਤਿਵਾਰੀ ਜੀ। ਗਰਗ ਸਾਹਿਬ, ਤੁਹਾਨੂੰ ਤਾਂ ਪਤਾ ਕਿ ਮੈਜੋਰਿਟੀ ਕਾਂਗਰਸ ਪਾਰਟੀ ਦੀ ਹੈ ਨਹੀਂ, ਸਾਨੂੰ ਡਰਾਮਾ ਤੇ ਥੀਏਟਰਿਕਸ ਆਉਂਦੇ ਨਹੀਂ। ਜੇ ਉਹਨੂੰ ਇੰਟਰੋਡਿਊਸ ਕਰ ਵੀ ਦਿੰਦੇ ਉਹਦਾ ਬਣਨਾ ਕੁਝ ਨਹੀਂ ਸੀ, ਬਿਕੋਜ਼ ਸਰਕਾਰ ਬੀਜੇਪੀ ਦੀ ਹੈ, ਮੈਜੋਰਿਟੀ ਉਹਨੇ ਦੀ ਹੈ, ਉਹਨਾਂ ਨੇ ਵੋਟ ਆਊਟ ਕਰਕੇ ਉਹਨੂੰ ਬਾਹਰ ਕੱਢ ਦੇਣਾ ਸੀਗਾ। ਐਨਰਜੀ ਵੇਸਟ ਹੁੰਦੀ, ਟਾਈਮ ਵੇਸਟ ਹੁੰਦਾ ਤੇ ਰਿਸੋਰਸਸ ਵੇਸਟ ਹੁੰਦੀ ਆ ਸਰਕਾਰ ਦੀਆਂ, which we do not want। ਦੂਜੀ ਗੱਲ, ਜਿਹੜਾ ਇਸ਼ੂ ਹੈ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਫੈਡਰਲ ਢਾਂਚੇ ਤੇ ਬਹੁਤ ਵੱਡਾ ਹਮਲਾ ਕੀਤਾ ਬੀਜੇਪੀ ਸਰਕਾਰ ਨੇ ਤੇ ਸਟੈਪ ਮਦਰਲੀ ਮਤਰੇਈ ਮਾਂ ਵਾਲਾ ਵਿਵਹਾਰ ਪੰਜਾਬ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਵਿਰੋਧੀ ਸੋਚ ਸਾਹਮਣੇ ਆ ਗਈ ਬਿਕੋਜ਼ ਇਹ ਪੰਜਾਬ ਦੇ ਹੱਕ, ਪੰਜਾਬ ਦੀ ਰਿਪਰੈਜ਼ੈਂਟੇਸ਼ਨ ਨੂੰ ਖਤਮ ਕਰ ਦੇਣਾ ਚਾਹੁੰਦੇ ਆ ਬੀਬੀਐਮਪੀ ਦੇ ਵਿੱਚ। ਹਾਲਾਂਕਿ ਪੰਜਾਬ ਦਾ ਸਟੇਕ 58% ਹੈ, ਮੋਰ ਦੈਨ ਐਨੀ ਅਦਰ ਸਟੇਟ, ਉਹਦੇ ਬਾਵਜੂਦ ਚਾਹੁੰਦਾ ਕਿ ਪੰਜਾਬ ਤੋਂ ਰਿਪਰੈਜ਼ੈਂਟੇਟਿਵ ਨਾ ਆਵੇ। ਤੇ ਇਹਨਾਂ ਦੇ ਆਪਦੇ EMPLOYEES ਬੀਬੀਐਮਬੀ ਦੇ ਕਹਿ ਰਹੇ ਆ ਵੀ ਪੰਜਾਬ ਤੋਂ ਤੁਹਾਨੂੰ ਰਿਪਰੈਜ਼ੈਂਟੇਟਿਵ ਲੈਣਾ ਪਊਗਾ ਬਿਕੋਜ਼ ਉਹਨਾਂ ਨੂੰ ਅੰਡਰਸਟੈਂਡਿੰਗ ਬੈਟਰ ਹੈ ਇਸ਼ੂਜ਼ ਦੀ, ਕਿਉਂਕਿ ਉਹਨਾਂ ਦੀ ਸਟੇਕ ਹੈ ਇਹਦੇ ਵਿੱਚ। ਤੇ ਤੀਜੀ ਗੱਲ, ਜਿਹੜੇ ਬੀਬੀਐਮਬੀ ਰੂਲਸ 1974 ਹੈ, ਉਹਨਾਂ ਦਾ ਪੇਰੈਂਟ ਐਕਟ ਹੈ, ਯਾਨੀ ਕਿ ਉਹ ਤੋਂ ਇੱਕ ਵੱਡਾ ਐਕਟ ਹੈ ਜੋ ਕਹਿੰਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਜੋ ਮੈਂਡੇਟਰੀ ਕਰਦਾ ਹੈ ਅੰਡਰ ਸੈਕਸ਼ਨ 79 ਕਲੌਜ਼ 2 ਸਬ ਕਲੌਜ਼ ਬੀ ਪੰਜਾਬ ਸਟੇਟ ਦਾ ਰਿਪਰੈਜ਼ੈਂਟੇਟਿਵ ਹੋਣਾ ਜ਼ਰੂਰੀ ਹੈ। ਤੇ ਦੂਜੀ ਗੱਲ, ਸੈਕਸ਼ਨ 97 ਦੇ ਅੰਡਰ ਜਿਹੜਾ ਬੀਜੇਪੀ ਸਰਕਾਰ ਨੇ ਆ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਸੈਕਸ਼ਨ 97 ਵੀ ਕਹਿੰਦਾ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦਾ ਵੀ ਤੁਹਾਨੂੰ ਇਹ ਟੇਬਲ ਕਰਨਾ ਪਊਗਾ ਪਾਰਲੀਮੈਂਟ ਦੇ ਵਿੱਚ। ਇਹਨਾਂ ਨੇ ਬੈਕ ਇਨ ਦਾ ਡੇ ਜਦੋਂ BSF ਜੁਰਿਸਡਿਕਸ਼ਨ ਵਧਾਈ ਸੀ ਉਦੋਂ ਵੀ ਨਹੀਂ ਕੀਤਾ ਤੇ ਐਤਕੀ ਫੇਰ ਨਹੀਂ ਕਰ ਰਹੇ, ਲਾਅ ਨੂੰ ਵੀ ਵਾਇਲੇਟ ਕਰ ਰਹੇ। ਤੇ ਤੀਜੀ ਗੱਲ, ਬੜੀ ਇੰਪੋਰਟੈਂਟ ਗੱਲ, ਜਿਹੜਾ ਆ ਇਸ਼ੂ ਹੈ, ਇਹਨਾਂ ਨੇ ਪੁਲਿਸ ਨੂੰ ਜਿਹੜਾ ਪਰੇ ਕਰਕੇ ਪੰਜਾਬ ਦੀ ਨੂੰ CISF ਨੂੰ ਰਿਸਪੌਂਸਿਬਿਲਿਟੀ ਦਿੱਤੀ ਹੈ। ਇੱਕ ਹੋਰ ਅਟੈਕ ਕੀਤਾ ਇਹਨਾਂ ਨੇ ਬਿਕੋਜ਼ ਜਿਹੜੀ ਪੰਜਾਬ ਪੁਲਿਸ ਸੀ ਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਸੀ, ਉਹ 3 ਪ੍ਰੋਜੈਕਟਸ ਨੂੰ ਆਪਣਾ ਗਾਰਡ ਕਰਦੀ ਸੀਗੀ। ਇਹਨਾਂ ਨੇ ਸਾਰਿਆਂ ਨੂੰ ਹਟਾਤਾ ਤੇ ਇਹਦੀ ਹਿਸਟਰੀ ਰਹੀ ਹੈ ਬੀਜੇਪੀ ਸਰਕਾਰ ਦੀ। ਇਹਨਾਂ ਨੇ 2013 ਤੇ 14 ਦੇ ਵਿੱਚ ਵੀ ਜਿਹੜੇ ਪ੍ਰਪੋਜ਼ਲ ਸੀਗੇ ਦਿੱਤੇ ਸੀਗੇ CISF ਨੂੰ ਲਾਉਣ ਦੇ, ਲੇਕਿਨ ਉਹ ਰਿਜੈਕਟ ਹੋ ਗਏ ਸੀ ਕਿਉਂਕਿ ਇਹਨਾਂ ਨੂੰ ਦੱਸਿਆ ਸਾਰਿਆਂ ਨੇ ਵੀ ਇੰਨਾ ਖਰਚਾ ਕਿਵੇਂ ਕਰੋਗੇ, CISF ਨੂੰ ਮੇਨਟੇਨ ਕਰਨਾ would be a big burden on the exchequer ਕਿਉਂਕਿ ਖਰਚਾ ਬਹੁਤ ਹੋ ਜਾਂਦਾ। ਤੂੰ ਦੂਜਾ ਵੀ ਰਾਈਟਸ ਆਫ ਦਾ ਸਟੇਟ ਵਿਲ ਬੀ ਕੰਪਰੋਮਾਈਜ਼ ਤੇ ਇਹਨਾਂ ਨੂੰ ਬੰਦ ਕਰਨਾ ਪਿਆ ਸੀ ਉਦੋਂ ਵੀ। 2013 ਬਸ ਕੰਕਲੂਡ ਕਰ ਰਿਹਾ, ਬੜੇ ਇੰਪੋਰਟੈਂਟ ਪੁਆਇੰਟਸ ਹੈ। ਦੂਜਾ ਇਹ ਕਿ ਇਹਨਾਂ ਨੇ ਜਿਹੜਾ ਪਾਵਰ ਮੈਂਬਰ ਹੈ ਪੰਜਾਬ ਦਾ ਤੇ ਪਾਵਰ ਇਰੀਗੇਸ਼ਨ ਹਰਿਆਣਾ ਦਾ ਤੇ ਚੇਅਰਮੈਨ ਡਿਫਰੈਂਟ ਸਟੇਟ ਦਾ, ਬੈਕ ਇਨ ਦਾ ਡੇ ਵੀ ਬੀਜੇਪੀ ਨੇ ਕੀ ਕੀਤਾ, ਚੇਅਰਮੈਨ ਨੌਨ ਮੈਂਬਰ ਸਟੇਟ ਦਾ ਲਾਤਾ। ਉਹ ਤੋਂ ਬਾਅਦ ਇੱਕ ਕੇਸ ਹੋਇਆ ਤੇ ਇਹਨਾਂ ਨੂੰ ਵਾਪਸ ਹਿਮਾਚਲ ਪ੍ਰਦੇਸ਼ ਦਾ ਚੇਅਰਮੈਨ ਲਾਉਣਾ ਪਿਆ ਤੇ ਮੂੰਹ ਦੀ ਖਾਣੀ ਪਈ। ਤੇ ਐਤਕੀ ਫੇਰ ਲੜਾਂਗੇ ਤੇ ਪੰਜਾਬ ਦੇ ਹੱਕ ਰਿਸਟੋਰ ਕਰਾਵਾਂਗੇ। ਠੀਕ ਹੈ ਚੰਨੀ ਸਾਹਿਬ, BSF, RDF, CISF, ਫਾਰਮਰ, ਸਰ ਪੰਜਾਬ ਦੇ ਵਿੱਚ ਜਿਹੜੀ ਸਿਕਿਉਰਿਟੀ ਹੈਗੀ ਆ, ਤੁਸੀਂ ਸੁਰੱਖਿਆ ਦੇ ਬਹਾਨੇ ਸਰ ਆਦੀਆਂ ਸਿਆਸੀ ਗੋਟੀਆਂ ਫਿੱਟ ਕਰਨਾ ਚਾਹੁੰਦੇ ਹੋ ਚੰਨੀ ਸਾਹਿਬ? ਮੈਂ ਤਾਂ ਸਰ ਸਿੱਧਾ ਸਵਾਲ ਕਰ ਰਿਹਾ, ਪੰਜਾਬ ਦੇ ਵਿੱਚ ਸਵਾਲ ਗੂੰਜਦਾ ਪਿਆ ਚੰਨੀ ਸਾਹਿਬ। ਦੇਖੋ ਗੱਲ ਇਹ ਹੈਗੀ ਹੈ, ਜਦੋਂ ਕੋਈ ਵੀ ਰਾਜ ਸਰਕਾਰ ਆਪਦਾ ਜਿਹੜਾ ਆਪਾਂ ਕਹਿੰਦੇ ਵੀ ਹੋਮਵਰਕ ਨਾ ਕਰੇ, ਪ੍ਰੋਪਰਲੀ ਲਾਂਭੇ ਦੇਵੇ ਸੈਂਟਰਲ ਗਵਰਨਮੈਂਟ ਨੂੰ, ਇਹ ਗੱਲ ਬਿਲਕੁਲ ਠੀਕ ਨਹੀਂ ਹੈਗੀ। ਜੇ RDF ਦੀ ਗੱਲ ਕਰੀਏ ਤਾਂ ਜਿਹੜਾ RDF ਦਾ ਪੈਸਾ ਹੈਗਾ, ਜੇ ਸੈਂਟਰਲ ਗਵਰਨਮੈਂਟ ਦੇ ਰਹੀ ਹੈਗੀ ਤੇ ਸਾਨੂੰ ਉਹਦਾ ਹਿਸਾਬ ਕਿਤਾਬ ਰੱਖਣ ਦੇ ਵਿੱਚ ਤੇ ਹਿਸਾਬ ਕਿਤਾਬ ਦੇਣ ਦੇ ਵਿੱਚ ਸਾਨੂੰ ਕੀ ਪ੍ਰੋਬਲਮ ਹੈਗੀ? ਹਰ ਜਗ੍ਹਾ ਦਾ ਹਿਸਾਬ ਹੈ, ਪੰਜਾਬ ਸਰਕਾਰ ਆਪਦੇ ਪੈਸਿਆਂ ਦੇ ਵਿੱਚ ਹਿਸਾਬ ਰੱਖਦੀ ਹੈ ਔਰ ਜਿੱਥੇ ਕੋਈ ਪ੍ਰੋਬਲਮ ਹੁੰਦੀ ਹੈ ਕੇਸ ਵੀ ਦਰਜ ਹੁੰਦੇ ਆ ਜਾਂ ਕੁਝ ਹੋਰ ਵੀ ਹੁੰਦਾ ਹੈ, ਉਹਦਾ ਆਡਿਟ ਵੀ ਹੁੰਦਾ ਹੈ, ਆਡਿਟ ਪਹਿਰੇ ਵੀ ਬਣਦੇ ਨੇ, ਜਿਹੜੀ PAC ਹੈ ਉਹਦੇ ਤੱਕ ਵੀ ਜਾਂਦੇ ਨੇ ਆਡਿਟ ਪਹਿਰੇ। ਤਾਂ ਇਹੋ ਜਿਹੀ ਇਹ ਆਪਣੇ ਕੰਮ ਕਰਨ, ਇਹ ਤਾਂ ਸਾਰੇ ਛੁੱਟੀਆਂ ਮਨਾ ਰਹੇ ਨੇ। ਅਜੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ 10 ਤਰੀਕ ਤੱਕ ਦਾ ਰਿਜ਼ਲਟ ਆਉਣਾ, 10 ਤਰੀਕ ਤੋਂ ਬਾਅਦ ਵੀ ਜੇ ਕੋਈ ਸਰਕਾਰ ਜਿੰਨੀ ਦੇਰ ਨਹੀਂ ਬਣਦੀ ਤੇ ਚੰਨੀ ਸਾਹਿਬ ਹੀ ਕੇਅਰ ਟੇਕਰ ਚੀਫ ਮਿਨਿਸਟਰ ਰਹਿਣਗੇ, ਉਹਨਾਂ ਨੇ ਰਹਿਣਾ ਹੁੰਦਾ, ਉਹਦੀ ਸਰਕਾਰ ਕੰਮ ਕਰਦੀ ਹੈ। ਤੇ ਇਹਨਾਂ ਤਾਂ ਛੁੱਟੀਆਂ ਕਰਕੇ ਪਤਾ ਨਹੀਂ ਸਾਰੇ ਬੰਦੇ ਹੀ ਗਾਇਬ ਕਰਦੇ ਇੱਥੋਂ, ਔਰ ਕੋਈ ਰਾਜਸਥਾਨ ਫਿਰਦਾ, ਕੋਈ ਕਿਤੇ ਫਿਰਦਾ, ਔਰ ਤਰ੍ਹਾਂ ਦੀ ਭਾਸ਼ਾ ਭੁੱਲੀ ਜਾਂਦੇ ਆ। ਮਨੀਸ਼ ਤਿਵਾੜੀ ਜੀ ਕੁਝ ਹੋਰ ਕਹਿ ਰਹੇ ਨੇ, ਰਵਨੀਤ ਬਿੱਟੂ ਜੀ ਕੁਝ ਹੋਰ ਕਹਿ ਰਹੇ ਨੇ, ਔਰ ਇਹ ਦੱਸੋ ਇਹ ਕਿਹਨੇ ਸੁਜੈਸਟ ਕੀਤਾ ਸੀਗਾ ਮਨੀਸ਼ ਤਿਵਾੜੀ? ਚੰਨੀ ਸਾਹਿਬ ਚਲੋ ਮਨੀਸ਼ ਤਿਵਾੜੀ ਦਾ ਜ਼ਿਕਰ ਕਰ ਲਿਆ, ਚੰਗਾ ਕੀਤਾ ਤੁਸੀਂ ਜ਼ਿਕਰ ਕਰ ਲਿਆ ਮਿਸਟਰ ਤਿਵਾੜੀ ਦਾ। ਢੀਂਡਸਾ ਸਾਹਿਬ ਜਿਹੜੀ ਗੱਲ ਕਹਿ ਰਹੇ ਆ ਉਹ ਵੀ ਗਲਤ ਕਹਿ ਰਹੇ ਆ BBME ਦੇ ਮੁੱਦੇ ਤੇ, ਉਹ ਤਾਂ ਤੁਹਾਡੇ ਅਲਾਇੰਸ ਨੇ, ਉਹ ਤੁਹਾਡੇ ਪਾਰਟਨਰ ਨੇ। ਨਹੀਂ, ਮੈਂ ਇਹ ਕਹਿ ਰਿਹਾ ਕਿ ਦੇਖੋ ਜੇ ਢੀਂਡਸਾ ਸਾਹਿਬ ਦਾ ਮਨ ਹੈਗਾ ਕਿਸੇ ਗੱਲ ਦਾ, ਅਸੀਂ ਉਹ ਵੀ ਕਰ ਰਹੇ ਹਾਂ।
ਕੱਲ ਸਾਡੀ ਇੱਥੇ ਸਮੀਖਿਆ ਬੈਠਕ ਸੀਗੀ, ਉਹਦੇ ਵਿੱਚ ਵੀ ਸਾਡੇ ਪ੍ਰਧਾਨ ਨੇ ਕਿਹਾ ਕਿ ਅਸੀਂ ਸੈਂਟਰ ਦੇ ਸੰਪਰਕ ਵਿੱਚ ਜਾਵਾਂਗੇ, ਗੱਲ ਕਰਾਂਗੇ। ਤਾਂ ਸਾਡਾ ਹੱਕ ਹੈਗਾ ਇੱਕ ਯੂਨਿਟ ਦਾ ਫੈਡਰਲ ਢਾਂਚੇ ਦੇ ਵਿੱਚ ਪੰਜਾਬ ਦਾ ਹਰੇਕ ਪੋਲੀਟੀਕਲ ਪਾਰਟੀ ਦਾ। ਜੇ ਕੋਈ ਵੀ ਤੁਹਾਨੂੰ ਉਹਦੇ ਚ ਕੋਈ ਸ਼ੰਕਾ ਹੈਗੀ ਹੈ। ਚੰਨੀ ਸਾਹਿਬ ਤੁਹਾਡੀ ਗੱਲ ਮੰਨ ਲਈ ਮੈਂ। ਚੰਨੀ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕਰਦੇ ਪਏ ਹੋ ਕਿ ਸਾਡਾ ਵੀ ਹੱਕ ਉਨਾ ਹੀ ਆ ਜਿੰਨਾ ਬਾਕੀ ਧਿਰਾਂ ਦਾ ਹੈਗਾ। ਸਰ ਤੁਸੀਂ ਕੋਈ ਚਿੱਠੀ, ਕੋਈ ਮੈਮੋਰੈਂਡਮ, ਕੋਈ ਪ੍ਰੋਟੈਸਟ ਕੁਝ ਕੀਤਾ ਚੰਨੀ ਸਾਹਿਬ ਹੁਣ ਤੱਕ? ਨਹੀਂ ਲੋੜ ਪੈ, ਅਸੀਂ ਪਤਾ ਕੀ ਹੈ, ਅਸੀਂ ਇੱਕ ਤਾਂ ਹਰ ਚੀਜ਼ ਨੂੰ ਵਿਦ ਨੋ ਟਾਈਮ ਐਂਟੀ ਫੈਡਰਲ, ਠੀਕ ਹੈ, ਉਹਦਾ ਕੋਈ ਸਮਾਧਾਨ ਕੀ ਨਿਕਲ ਸਕਦਾ ਹੈ। ਜੇ ਅਸੀਂ ਮੀਟਿੰਗ ਕਰ ਸਕਦੇ ਹਾਂ, ਚਿੱਠੀ ਲਿਖ ਸਕਦੇ ਹਾਂ, ਅਸੀਂ ਇੱਕ ਵਫਦ ਲੈ ਕੇ ਜਾ ਸਕਦੇ ਹਾਂ, ਉਹਨਾਂ ਗੱਲਾਂ 'ਚ ਨਹੀਂ ਅਸੀਂ ਪੈਣਾ ਚਾਹੁੰਦੇ। ਉਸ ਤੋਂ ਉੱਪਰ ਵੀ ਅਸੀਂ ਜੇ ਸਾਨੂੰ ਨਹੀਂ ਇਨਸਾਫ ਮਿਲ ਰਿਹਾ, ਅਦਾਲਤ ਦੀ ਗੱਲ ਵੀ ਨਹੀਂ ਕਰਦੇ ਅਸੀਂ। ਤੁਸੀਂ ਹੋਰ ਗੱਲ ਛੱਡੋ ਚੰਨੀ ਸਾਹਿਬ, ਤੁਸੀਂ ਅਦਾਲਤ ਕਿਉਂ ਲਿਜਾਣਾ ਚਾਹੁੰਦੇ ਹੋ? ਹਰ ਇੱਕ ਮੁੱਦੇ ਨੂੰ ਅਦਾਲਤ ਕਿਉਂ ਲਿਜਾਣਾ ਚਾਹੁੰਦੇ? ਚੰਨੀ ਸਾਹਿਬ ਮੈਨੂੰ ਇਹ ਨਹੀਂ ਸਮਝ ਆਈ ਸਰ। ਅਸੀਂ ਤਾਂ ਕਹਿੰਦੇ ਨਹੀਂ ਅਦਾਲਤ ਜਾਣ। ਸਰ ਤੁਸੀਂ ਫਾਰਮੂਲਾਸ ਦੀ ਗੱਲ ਕਰਦੇ ਸੀ, ਉਦੋਂ ਵੀ ਕਹਿੰਦੇ ਅਦਾਲਤ ਕਿਉਂ ਨਹੀਂ ਜਾਂਦੇ, ਉਦੋਂ ਇੱਕ ਧਿਰ ਉੱਥੇ ਬਣਾ ਕੇ ਖੜੀ ਕਰਤੀ ਸਰ। ਨਹੀਂ ਮੈਂ ਤੁਹਾਨੂੰ ਹੋਰ ਗੱਲ ਦੱਸਦਾ। 86 ਦੇ ਵਿੱਚ ਚੰਡੀਗੜ੍ਹ ਦਾ ਫੈਸਲਾ ਹੋ ਗਿਆ, ਰਾਜੀਵ ਲੌਂਗੋਵਾਲ ਸਮਝੌਤਾ ਹੋ ਗਿਆ, ਸੰਤਾਂ ਦੀ ਸ਼ਹੀਦੀ ਵੀ ਹੋ ਗਈ ਬਈ ਜੀ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਟ੍ਰਾਂਸਫਰ ਹੋ ਜਾਏਗਾ। ਅੱਜ ਤੱਕ ਦੱਸੋ ਉਸ ਗੱਲ ਨੂੰ ਕਿੰਨੇ 36 ਸਾਲ ਹੋ ਗਏ ਕਿ ਕੀ ਐਕਸ਼ਨ ਲਿਆ ਹੈਗਾ, ਕਿਹੜੀ ਪੋਲੀਟੀਕਲ ਪਾਰਟੀ ਨੇ ਇਹ ਮੁੱਦਾ ਬਣਾਇਆ ਤੇ ਇਸ ਮੁੱਦੇ ਤੇ ਕੋਈ ਐਕਟ ਕੀਤਾ? ਇਹ ਸਿਰਫ ਗੱਲਾਂ ਕਰਦੇ ਨੇ। ਚਲੋ ਠੀਕ ਹੈ ਚੰਨੀ ਸਾਹਿਬ, ਠੀਕ। ਇੱਕ ਸਵਾਲ ਹੈ ਇਹਨਾਂ ਨੂੰ ਬਸ। ਹਾਂ ਮਿਸਟਰ ਖੜਿਆਲ ਫਟਾਫਟ ਬੋਲੋ ਪਲੀਜ਼। ਬਸ ਇੰਨਾ ਕੁ ਸਵਾਲ ਮੈਨੂੰ ਇੰਨਾ ਦੱਸ ਦਿਓ ਚੰਨੀ ਸਾਹਿਬ ਕਿ ਜਿਹੜੀ ਸਟੇਟ ਦੀ ਪੁਲਿਸ, ਪੰਜਾਬ ਦੀ ਪੁਲਿਸ ਤੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਤੁਸੀਂ ਹਟਾ ਕੇ CISF ਨੂੰ ਜੁਰਿਸਡਿਕਸ਼ਨ ਦੇਣਾ ਚਾਹੁੰਦੇ ਹੋ, ਇਹਦਾ ਕਾਰਨ ਕੀ ਹੈ? ਕੋਈ ਕਮੀ ਹੈ ਪੰਜਾਬ ਦੀ ਪੁਲਿਸ ਦੇ ਵਿੱਚ? ਕੋਈ ਉਹਨਾਂ ਤੋਂ ਗਲਤੀ ਹੋਈ ਹੈ ਜਾਂ ਫਿਰ ਕੋਈ ਕਾਰਨ ਹੈ ਵੀ ਤੁਸੀਂ ਜ਼ਿਆਦਾ ਖਰਚਾ ਕਰਨਾ ਚਾਹੁੰਦੇ ਹੋ? ਇਹ ਦੱਸ ਦਿਓ ਬਸ। ਅਰਸ਼ਪ੍ਰੀਤ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੈਗੀ ਕਿ ਇਹ ਜਿਹੜੀਆਂ ਸੈਂਟਰਲ ਏਜੰਸੀਜ਼ ਹੈਗੀਆਂ ਨੇ, ਆਪਾਂ ਨੂੰ ਪਤਾ ਨੈਸ਼ਨਲ ਲੈਵਲ ਦੀ ਗਵਰਨਮੈਂਟ, ਇੰਟਰਨੈਸ਼ਨਲ ਸਾਰਾ ਸਿਸਟਮ ਹੁੰਦਾ, ਉਹਨਾਂ ਕੋਲੇ ਡੈਫੀਨਿਟਲੀ ਕੋਈ ਇਨਪੁਟ ਹੋਏਗੀ ਜਿਸ ਕਰਕੇ ਉਹਨਾਂ ਨੇ ਜਿਹੜੀ ਚੰਨੀ ਸਾਹਿਬ ਮੈਂ ਸਵਾਲ ਖੜਿਆਲ ਦਾ ਸਵਾਲ ਵੱਡਾ ਮੈਂ ਕਰ ਰਿਹਾ, ਇਹ ਕੈਪਟਨ ਸਾਹਿਬ ਦੀ ਇਨਪੁਟ ਆ ਜਾਂ ਕੇਂਦਰ ਦੀ ਏਜੰਸੀਆਂ ਦੀ ਇਨਪੁਟ ਆ ਸਰ? 5 ਸੈਕਿੰਡ ਮੈਂ ਹੋਰ ਲੈਣੇ ਨੇ। ਨਹੀਂ ਚੰਨੀ ਸਾਹਿਬ ਮੇਰਾ ਸਵਾਲ ਬੜਾ ਸਿੱਧਾ ਹੁੰਦਾ ਸਰ, ਖੜਿਆਲ ਸਾਹਿਬ ਨੇ ਉਹ ਸਵਾਲ ਨਹੀਂ ਪੁੱਛਿਆ, ਮੈਂ ਪੁੱਛ ਰਿਹਾ ਸਰ ਇਹ ਕੇਂਦਰੀ ਏਜੰਸੀਆਂ ਦੀ ਇਨਪੁਟ ਆ ਜਾਂ ਸਰ ਕੈਪਟਨ ਸਾਹਿਬ ਦੀ ਇਨਪੁਟ ਆ? ਨਹੀਂ ਕੇਂਦਰੀ ਏਜੰਸੀਆਂ ਨਹੀਂ ਹੈਗੀਆਂ, ਕੈਪਟਨ ਸਾਹਿਬ ਦੀ ਕੋਈ ਇਸ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ, ਉਹਨਾਂ ਦੇ ਵਿਚਾਰ ਹੋ ਸਕਦੇ। ਇੱਕ ਗੱਲ। ਦੂਜੀ ਗੱਲ ਮੈਂ ਪੁੱਛਣੀ ਚਾਹੁੰਦਾ ਖੜਿਆਲ ਸਾਹਿਬ ਨੂੰ ਕਿ ਜੇ ਪੰਜਾਬ ਸਿਵਲ ਸੈਕਟਰੀਏਟ ਦੀ ਸਿਕਿਉਰਿਟੀ ਪੰਜਾਬ ਗਵਰਨਮੈਂਟ ਨੇ CISF ਨੂੰ ਦਿੱਤੀ ਹੋਈ ਹੈ, ਉਹ ਕਿਹਦੇ ਕਹਿ ਤੇ ਦਿੱਤੀ ਹੋਈ ਹੈ? ਤੇ ਜਿੰਨੇ ਵੀ ਪੰਜਾਬ ਕਾਂਗਰਸ ਦੇ ਲੀਡਰ ਨੇ ਵੱਡੇ, ਚਾਹੇ ਚੀਫ ਮਿਨਿਸਟਰ ਹੈ ਜਾਂ ਹੋਰ ਹੈ, ਇਹਨਾਂ ਨੇ ਸੈਂਟਰਲ ਸਿਕਿਉਰਿਟੀ ਏਜੰਸੀ ਦੀ ਪ੍ਰੋਟੈਕਸ਼ਨ ਕਿਉਂ ਲਈ ਹੈ? ਇਹਨਾਂ ਨੂੰ ਪੰਜਾਬ ਦੀ ਇਤਬਾਰ ਨਹੀਂ ਹੈਗਾ। ਠੀਕ ਹੈ ਸਰ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਵਾਂ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ। ਪੰਜਾਬ ਹਮੇਸ਼ਾ ਇਹ ਸਵਾਲ ਖੜਾ ਕਰਦਾ, ਪੰਜਾਬ ਹੀ ਕਿਉਂ ਬੋਲਦਾ? ਸਵਾਲ ਤਾਂ ਇਹ ਵੀ ਹੋਣਾ ਚਾਹੀਦਾ, ਕਿਉਂ ਪੰਜਾਬ ਹਰ ਮੁੱਦੇ ਤੇ ਆ ਕੇ ਸਟੈਂਡ ਲੈ ਕੇ ਬਹਿ ਜਾਂਦਾ? ਹਰਿਆਣਾ ਕਿਉਂ ਨਹੀਂ ਬੋਲਦਾ ਪਿਆ? ਇਹ ਸਵਾਲ ਵੀ ਪੁੱਛਿਆ ਜਾ ਰਿਹਾ। ਹਰਿਆਣਾ ਕਿੱਥੋਂ ਬੋਲਦਾ ਪਿਆ ਤੇ ਕਦੋਂ ਬੋਲੇਗਾ, ਕਿੰਨਾ ਬੋਲੇਗਾ? ਕਿ ਜਦੋਂ ਪੰਜਾਬ ਦੇ ਵਿੱਚ ਪ੍ਰੋਟੈਸਟ ਵੱਡਾ ਹੋ ਜਾਊਗਾ ਕਿ ਹਰਿਆਣਾ ਵੀ ਉਦੋਂ ਜੁੜ ਜਾਊਗਾ? ਸਵਾਲ ਇਹ ਵੀ ਹੈ। ਵਾਪਸ ਆ ਰਹੇ ਪੰਜਾਬ 'ਚ ਸੰਘੀ ਢਾਂਚੇ ਦਾ ਸਵਾਲ ਆਏ ਦਿਨ ਵੱਡਾ ਕਿਉਂ ਹੁੰਦਾ ਜਾ ਰਿਹਾ? ਡਾਕਟਰ ਸਰ ਇੱਕ ਚੀਜ਼ ਮੈਨੂੰ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਕੇਂਦਰ ਦੇ ਵਿੱਚ ਸਰਕਾਰ ਕਿਸੇ ਦੀ ਵੀ ਹੋਵੇ ਸਰ, ਪੰਜਾਬ ਹਮੇਸ਼ਾ ਵਿਰੋਧ 'ਚ ਖੜਾ ਹੁੰਦਾ। ਡਾਕਟਰ ਗਰਗ, ਕੇਂਦਰ ਵਿੱਚ ਜੋ ਸਰਕਾਰ ਆਉਂਦੀ ਹੈ ਉਦੋਂ ਪੰਜਾਬ ਦੇ ਨਾਲ ਬਹੁਤ ਵੱਡੇ ਵਾਅਦੇ ਕੀਤੇ ਜਾਂਦੇ ਆ। ਹੁਣ ਤੁਸੀਂ ਆ ਛੋਟਾ ਜਿਹਾ ਮਸਲਾ ਇਹਨੂੰ ਮੰਨ ਕੇ ਚਲੋ, ਪਰ ਹੈ ਬਹੁਤ ਵੱਡਾ। UT ਦੇ ਵਿੱਚ ਜਿਹੜਾ ਬਿਜਲੀ ਦਾ ਨਿੱਜੀਕਰਨ ਦਾ ਮੁੱਦਾ ਹੈ, ਉਹਦੇ ਵਿੱਚ ਪੰਜਾਬ ਨੂੰ ਨਹੀਂ ਪੁੱਛਿਆ ਗਿਆ। ਪੰਜਾਬ ਦੇ ਕੇਡਰ ਦੀਆਂ ਜਿਹੜੀਆਂ ਪੋਸਟਾਂ ਇੱਥੇ ਚੰਡੀਗੜ੍ਹ ਵਿੱਚ ਹੌਲੀ ਹੌਲੀ ਖਤਮ ਹੁੰਦੀਆਂ ਗਈਆਂ। ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਹੈ ਜਿਹੜੀ, ਉਹਨਾਂ ਨੇ ਵੀ ਕਈ ਮੁੱਦਿਆਂ ਤੇ ਆਪਦਿਆਂ ਨੂੰ ਪਿੱਛੇ ਰੱਖਿਆ। ਡਾਕਟਰ ਗਰਗ, ਇਹ ਪੰਜਾਬ ਸਰਕਾਰ ਜਾਂ ਪੰਜਾਬ ਦੀ ਸਿਆਸਤ ਸੁੱਤੀ ਪਈ ਹੈ ਜਾਂ ਕੇਂਦਰ ਨੂੰ ਪਤਾ ਕਿ ਇਹਨਾਂ ਦੇ ਵਿੱਚ ਜਿਹੜਾ ਬੋਲਣ ਵਾਲੇ ਆ ਕੋਈ ਹੋਰ ਲੋਕ ਹੈ, ਸਿਆਸਤਦਾਨ ਨਹੀਂ ਹੈਗੇ? ਡਾਕਟਰ ਗਰਗ ਦੋਨੇ ਗੱਲਾਂ ਨੇ ਜਿਹੜਾ ਤੁਸੀਂ KP ਜੀ ਕਿਹਾ। ਅੱਜ ਦਾ ਸਾਡਾ ਸਿਆਸਤਦਾਨ ਐਸਾ ਨਹੀਂ ਵੀ ਸਾਡਾ ਸਿਆਸਤਦਾਨ ਨਹੀਂ ਬੋਲਦਾ ਸੀ, ਕਿਸੇ ਜ਼ਮਾਨੇ 'ਚ ਬੋਲਦਾ ਸੀ, ਭਾਵੇਂ ਢਿੱਲਾ ਬੋਲਿਆ ਕਈ ਜਗ੍ਹਾ ਤੇ। ਜਦ 70 ਦੇ ਵਿੱਚ UT ਨੇ ਆਪਦਾ ਕੈਡਰ ਭਰਤੀ ਕਰਨਾ ਸ਼ੁਰੂ ਕਰਤਾ, ਉਦੋਂ ਸਾਡਾ ਨਾ ਬਿਊਰੋਕਰੇਟ ਬੋਲਿਆ ਨਾ ਸਿਆਸਤਦਾਨ ਬੋਲਿਆ ਕਿ ਭਾਈ ਇਹ ਤੁਸੀਂ ਕਿਵੇਂ ਕਰਦੇ ਹੋ, 60-40 ਦੀ ਰੇਸ਼ੋ ਦੇ ਵਿੱਚ ਤੁਸੀਂ ਲੈਣੇ ਨੇ, ਜਾਂ ਤਾਂ ਅਸੀਂ ਤੁਹਾਨੂੰ ਬੰਦੇ ਦਿੰਦੇ ਨਾ ਹੋਈਏ,
ਤੁਸੀਂ ਤਾਂ ਆਪਦਾ ਤੀਜਾ ਕੈਡਰ ਤੁਸੀਂ ਤਾਂ ਐਜ਼ ਏ ਸਟੇਟ ਵੇਵ ਕਰਨਾ ਸ਼ੁਰੂ ਕਰਤਾ। ਚੰਡੀਗੜ੍ਹ ਨੂੰ ਯੂਟੀ ਇਹ ਨਹੀਂ ਬਣਾਇਆ ਸੀ ਕਿ ਉਹ ਐਜ਼ ਏ ਸਟੇਟ ਵੇਵ ਕਰੇਗੀ। ਉਹ ਟੈਂਪਰੇਰੀ ਤੌਰ ਤੇ ਜਿੰਨਾ ਚਿਰ ਉਹਦਾ ਫਾਈਨਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਉਹਦੇ 'ਚ ਗਵਰਨੈਂਸ ਕੇਂਦਰ ਦੇ ਅੰਡਰ ਹੈਗੀ। ਬਸ ਗੱਲ ਤਾਂ ਹੀ ਨਹੀਂ ਸੀ। ਉਹਦੇ 60-40 ਦੀ ਰੇਸ਼ੋ ਸੀ। ਇੱਕ ਤਾਂ ਉਹ ਨਹੀਂ, ਆਹ ਹੁਣ ਬਿਜਲੀ ਵਾਲੇ ਤਾਂ ਬਿਲਕੁਲ ਹੀ ਨਹੀਂ। ਪਰ ਇਹਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਦੇ ਆਪਦੇ ਹਿੱਤ ਸੀਗੇ। 81 ਤੱਕ ਉਹ ਬੋਲਦੇ ਰਹੇ। 81 ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਦੇ ਹਿੱਤ ਕੇਂਦਰ ਦੇ ਨਾਲ ਜ਼ਿਆਦਾ ਜੁੜ ਗਏ। ਉਹ ਕਹਿੰਦੇ ਆਪਾਂ ਲੈਣਾ ਕੀ ਹੈ, ਇਸ ਕਰਕੇ ਉਹ ਚੰਡੀਗੜ੍ਹ 'ਚ ਨਹੀਂ ਬੋਲੇ। ਜਿਵੇਂ ਹੁਣ ਖੜਿਆਲ ਸਾਹਿਬ ਨੇ ਇਹ ਤਾਂ ਕਹਿ ਦਿੱਤਾ ਵੀ ਜੀ ਉੱਥੇ ਰਾਜ ਜੇ ਅਸੀਂ ਲੈ ਕੇ ਜਾਂਦੇ ਚੰਡੀਗੜ੍ਹ। ਪਰ ਮੇਰਾ ਇਹ ਸਵਾਲ ਅਜੇ ਵੀ ਖੜਾ ਹੈ ਕਿ ਮਨੀਸ਼ ਤਿਵਾੜੀ ਜੀ ਨੇ ਜਿਹੜਾ ਇਹ ਕਿਹਾ ਵੀ ਚੰਡੀਗੜ੍ਹ 'ਚ ਰਾਜ ਸਭਾ ਦਾ ਮੈਂਬਰ ਹੋਣਾ ਚਾਹੀਦਾ, ਇਹ ਬਿੱਲ ਕਿਉਂ ਦਿੱਤਾ? ਇਹ ਬਿੱਲ ਦੇ ਤਾਂ ਇਹ ਤਾਂ ਦੇਣ ਦੀ ਲੋੜ ਨਹੀਂ ਸੀ ਨਾ। ਘੱਟੋ ਘੱਟ ਅਨੰਦਪੁਰ ਸਾਹਿਬ ਤੋਂ MP ਨੇ। ਸੋ ਇਹਦਾ ਮਤਲਬ ਇਹ ਚੰਡੀਗੜ੍ਹ 'ਚ ਹੱਕ ਘਟਾਉਣਾ ਸਾਡਾ, ਇਹ ਤਾਂ ਕਾਂਗਰਸ ਨੇ ਕਰਿਆ ਨਾ। ਇਸੇ ਤਰ੍ਹਾਂ ਹੀ ਦੂਜੇ ਪਾਸੇ ਜਿਹੜਾ ਚੰਨੀ ਸਾਹਿਬ ਕਹਿੰਦੇ ਨੇ ਇਹ ਠੀਕ ਆ, ਕਾਂਗਰਸ ਕੋਲ ਕੋਈ ਜਵਾਬ ਨਹੀਂ ਵੀ ਜੇ ਤੁਸੀਂ ਆਪ ਹੀ ਆਪਦੀਆਂ ਜੇਲ੍ਹਾਂ 'ਚ CISF ਲਗਾਉਂਦੇ ਹੋ ਕਿ ਇਹਦਾ ਮਤਲਬ ਤੁਹਾਡੇ ਕੋਲ ਪੁਲਿਸ ਹੈ ਨਹੀਂ ਜਾਂ ਤੁਹਾਨੂੰ ਆਪਦੀ ਪੁਲਿਸ ਤੇ ਯਕੀਨ ਨਹੀਂ ਹੈ। ਇਹ ਕਾਂਗਰਸ ਦੀ ਇਸ ਗੱਲ 'ਚ ਕਟਹਿਰੇ 'ਚ ਹੈਗੀ ਹੈ। ਪਰ ਇਹਦੇ ਪੈਰਲਲ ਦੇ ਉੱਤੇ ਇਹ ਕਹਿਣਾ ਕਿ ਜੇ BBMB ਦੇ ਉੱਤੋਂ CISF 1 ਲੱਖ ਤੋਂ ਹਟਾਈ ਜਾਂਦੀ ਹੈ, ਆ ਨਾਲ ਹੀ ਫੈਸਲਾ ਆਉਂਦਾ ਹੈ, ਇਹ ਉਹਦੇ ਨਾਲ ਜਸਟੀਫਾਈ ਹੋ ਜਾਂਦਾ ਹੈ। ਇਹ ਜਸਟੀਫਾਈ ਨਹੀਂ ਹੁੰਦਾ। ਪੰਜਾਬ ਸਰਕਾਰ ਨੇ ਇੱਕ ਕਮਜ਼ੋਰੀ ਦਿਖਾਈ ਹੋਈ ਹੈ। ਪੰਜਾਬ ਸੂਬਾ ਵੱਖਰੀ ਗੱਲ ਹੈ, ਪੰਜਾਬ ਸਰਕਾਰ ਵੱਖਰੀ ਗੱਲ ਹੈ, ਕਾਂਗਰਸ ਪਾਰਟੀ ਵੱਖਰੀ ਗੱਲ ਹੈ। ਕਾਂਗਰਸ ਪਾਰਟੀ ਜੋ ਮਰਜ਼ੀ ਕਰੇ, ਪੰਜਾਬ ਸਰਕਾਰ ਜੋ ਮਰਜ਼ੀ ਕਰੇ, ਪੰਜਾਬ ਦੇ ਲੋਕਾਂ ਦਾ ਸਵਾਲ ਹੈ। ਪੰਜਾਬ ਦੇ ਲੋਕਾਂ ਨੇ ਕੋਈ ਸਿਕਿਉਰਿਟੀ ਨਹੀਂ ਹੋਈ। ਪੰਜਾਬ ਦੀਆਂ ਜੇਲ੍ਹਾਂ 'ਚ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਸਿਕਿਉਰਿਟੀ CISF ਦੀ ਲਗਾਈ ਹੈ। ਉਹਨਾਂ ਦੀ ਨਲਾਇਕੀ ਹੈ। ਪਰ ਡੈਮ ਦੇ ਉੱਤੇ ਅੱਜ ਤੱਕ ਕੋਈ ਐਸੀ ਗੱਲ ਨਹੀਂ ਹੋਈ। ਕੋਈ ਉੱਤੇ ਜੇ ਆਪਾਂ ਦੇਖੀਏ ਤੋੜ ਭੰਨ ਦੀ ਕਾਰਵਾਈ ਜਾਂ ਕੁਝ ਵੀ ਉਹ ਨਹੀਂ ਹੋਇਆ। ਤੇ ਉਹਦੇ ਉੱਤੇ ਸਿਕਿਉਰਿਟੀ 1 ਲੱਖ ਤੋਂ ਹਟਾਉਣਾ, 2 ਇਕੱਠੇ ਜਿਹੜੇ ਅਟੈਕ ਕਰੇ ਨੇ ਵੀ ਇੱਕ ਪਾਸੇ ਤੁਸੀਂ ਜਿਹੜਾ ਮੈਂਬਰ ਸਾਡਾ ਹੋਣਾ ਸੀ ਪੱਕਾ ਉਹ ਤੁਸੀਂ ਬਦਲਤਾ ਤੇ ਦੂਜੇ ਪਾਸੇ ਤੁਸੀਂ ਸਿਕਿਉਰਿਟੀ ਹਟਾਤੀ। ਤਾਂ ਇਹ ਲੱਗਦਾ ਹੈ ਵੀ ਉਹਨਾਂ ਦੀ ਡੈਮ ਦੇ ਉੱਤੇ ਵੱਡੀ ਅੱਖ ਹੈ ਕੋਈ ਕੇਂਦਰ ਦੀ। ਸੋ ਪੰਜਾਬ ਨੂੰ ਉਹ ਜਾਣ ਬੁੱਝ ਕੇ ਕਿਸੇ ਨਾ ਕਿਸੇ ਤਰ੍ਹਾਂ ਹਰ ਵਕਤ ਇੱਕ ਲਾਈਨ 'ਚ ਕਹਾਂਗਾ ਕਿਉਂਕਿ ਕਿਸਾਨਾਂ ਦੇ ਅੰਦੋਲਨ ਦੇ ਸਾਹਮਣੇ ਕੇਂਦਰ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਤਾਕਤਵਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਸੀਗੇ ਜਿਨ੍ਹਾਂ ਦੀ ਤੂਤੀ ਸਾਰੀ ਦੁਨੀਆ 'ਚ ਬੋਲਦੀ ਸੀ, ਉਹਨਾਂ ਨੂੰ ਝੁਕਣਾ ਪਿਆ। ਤੇ ਸਾਰੀ ਪਾਰਟੀ ਜਿਹੜੀ ਐ ਬੈਂਡ ਵੈਗਨ ਤੇ ਤੁਰੀ ਹੋਈ ਸੀ ਵੀ ਇਹ ਫਿਰ ਨਹੀਂ ਵਾਪਸ ਹੋਣੇ। ਮੋਦੀ ਸਾਹਿਬ ਤਾਂ ਬੜੇ ਪੱਕੇ ਨੇ ਜੀ। ਉਹ ਜਦ ਕਾਨੂੰਨ ਸਡਨਲੀ 1 ਲੱਖ ਬਿਨਾਂ ਕਿਸੇ ਨੂੰ ਪੁੱਛੇ ਵਾਪਸ ਹੋ ਗਏ, ਉਹਨਾਂ ਨੂੰ ਲੱਗਦਾ ਵੀ ਬਦਲਾ ਲੈਣਾ ਚਾਹੀਦਾ ਹੈ ਕਿ ਬਦਲਾ ਲਓ ਨੀਤੀ ਹੈ। ਠੀਕ ਹੈ ਚੰਨੀ ਸਾਹਿਬ, ਤੁਸੀਂ ਬਦਲਾ ਲੈ ਰਹੇ ਹੋ ਸਰ ਪੰਜਾਬ ਦੇ ਨਾਲ। ਬੜਾ ਸਿੱਧਾ ਸਵਾਲ ਡਾਕਟਰ ਗਰਗ ਨੇ ਕਰਤਾ ਸਰ ਤੁਹਾਡੇ ਅੱਗੇ। ਦੇਖੋ ਕੋਈ ਬਦਲੇ ਵਾਲੀ ਗੱਲ ਨਹੀਂ ਹੈਗੀ। ਜੇ ਬਦਲੇ ਵਾਲੀ ਗੱਲ ਹੁੰਦੀ ਤਾਂ ਫਿਰ ਚਾਹੇ ਕੁਝ ਵੀ ਹੁੰਦਾ ਫਿਰ ਇਹ ਕਾਨੂੰਨ ਵਾਪਸ ਨਹੀਂ ਹੋਣੇ ਸੀ। ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੁਣ ਤਾਂ ਉਹ ਵਰਲਡ ਲੀਡਰ ਬਣ ਗਏ ਨੇ। ਸਾਰੀ ਦੁਨੀਆ ਉਹਨਾਂ ਵੱਲ ਦੇਖਦੀ ਹੈ, ਚਾਹੇ ਰਸ਼ੀਆ ਯੂਕਰੇਨ ਦੀ ਜਿਹੜੀ ਵਾਰ ਚੱਲ ਰਹੀ ਹੈ। ਔਰ ਤੁਸੀਂ ਇਹ ਦੇਖੋ ਵੀ ਕਿੰਨੀ ਪਹਿਲ ਕਦਮੀ ਦੇ ਨਾਲ ਇੰਡੀਅਨ 에ਅਰ ਫੋਰਸ ਵਿੱਚ ਵੀ ਲਾ ਕੇ ਤੇ ਉਹ ਬੱਚਿਆਂ ਨੂੰ ਅਸੀਂ ਵਾਪਸ ਚੰਨੀ ਸਾਹਿਬ ਇਹ ਸਾਰੀਆਂ ਗਵਰਨਮੈਂਟਸ ਨੇ ਕੀਤਾ ਸਰ। ਉਦੋਂ ਸਰ ਇਸ ਤਰੀਕੇ ਨਾਲ ਖਬਰਾਂ ਨਹੀਂ ਹੁੰਦੀਆਂ ਸੀ, ਉਹ ਗੱਲ ਵੱਖਰੀ ਹੈ ਸਰ। ਮੈਂ ਕਹਿੰਦਾ ਨਾਮ ਗਨਾਵਾਂ ਸਰ, ਕਿੰਨੇ ਇਵੈਕੂਏਸ਼ਨ ਕੀਤੀ ਹੈ ਸਰ ਚੰਨੀ ਸਾਹਿਬ? ਇੱਕ ਮਿੰਟ ਨਹੀਂ ਚੰਨੀ ਸਾਹਿਬ ਮੈਂ ਸਵਾਲ ਇਸ ਕਰਕੇ ਕਰ ਰਿਹਾ, ਉਹ ਤੁਹਾਡੀ ਡਿਊਟੀ ਹੈ ਸਰ, ਕਿਉਂ ਨਹੀਂ ਕਰਨੀ ਪਊਗੀ ਸਰ? ਜਿਹੜੇ ਬੱਚੇ ਉੱਥੇ ਗਏ ਆ ਸਰ, ਇੱਥੋਂ ਦੇ ਸਿਸਟਮ ਤੋਂ ਤੰਗ ਹੋ ਕੇ ਗਏ ਆ ਕਿ ਆਪਦੀ ਖੁਸ਼ੀ ਨਾਲ ਗਏ ਆ ਸਰ? ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਨਹੀਂ ਯਾਰ ਤੁਸੀਂ ਗੱਲ ਬੋਲੋ ਸਰ ਬੋਲੋ। ਮੈਂ ਇਹ ਨਹੀਂ ਕਹਿੰਦਾ ਅਸੀਂ ਕੋਈ ਆਸਾਨ ਇੱਕ ਜਿਹੜੀ ਨੈਸ਼ਨਲ ਸਾਡੀ ਡਿਊਟੀ ਹੈਗੀ ਹੈ, ਸਾਡੇ ਸਿਟੀਜ਼ਨ ਪ੍ਰਤੀ ਡਿਊਟੀ ਹੈਗੀ ਹੈ, ਉਹ ਅਸੀਂ ਡਿਊਟੀ ਨਿਭਾ ਰਹੇ ਹਾਂ। ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਪਬਲਿਸਿਟੀ ਦੀ, ਜਿਹੜੇ ਸਾਡੇ ਬੱਚੇ ਉੱਥੇ ਹੈਗੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ, ਮੁਲਕ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਐਵਰੀ ਲਾਈਕਲੀਹੁੱਡ ਹੈ ਕਿ ਉਹ ਬੱਚੇ ਜਾਂ ਸਾਡੇ ਜਿੰਨੇ। ਤੁਹਾਡਾ ਕੋਈ ਨੈਟਵਰਕ ਦਿੱਕਤ ਆ ਰਹੀ ਹੈ? ਮੈਂ ਚਲੋ ਵਾਪਸ ਆ ਜਾਊਂਗਾ ਚੰਨੀ ਸਾਹਿਬ, ਵਾਪਸ ਆ ਜਾਊਂਗਾ ਤੁਹਾਡੇ ਕੋਲ। ਪ੍ਰੋਫੈਸਰ ਮਨਜੀਤ ਸਿੰਘ, ਅਸੀਂ ਸੇਫ ਹੈਗੇ ਜਾਂ ਅਸੀਂ ਹਾਂ ਚੰਨੀ ਸਾਹਿਬ, ਮੇਰਾ ਸਵਾਲ ਇਹ ਸੀਗਾ, ਹੁਣ ਤੁਸੀਂ ਵਾਪਸ ਆ ਗਏ ਹੋ, ਡਿਊਟੀ ਇਵੈਂਟ ਕਿਉਂ ਬਣਦੀ ਜਾ ਰਹੀ ਸਰ? ਡਿਊਟੀ ਇਜ਼ ਡਿਊਟੀ ਸਰ। ਤੁਸੀਂ ਮੇਰੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜੀ ਮੈਂ ਡਿਸਕਨੈਕਟ ਹੋ ਗਿਆ ਸੀ ਵਿੱਚ ਪਹਿਲਾਂ ਵੀ ਸ਼ਾਇਦ। ਮੈਂ ਕਹਿ ਰਿਹਾ ਕਿ ਇਵੈਂਟ ਨਹੀਂ ਬਣਾ ਰਹੇ, ਅਸੀਂ ਲੋਕਾਂ ਤੱਕ ਮੈਸੇਜ ਦੇ ਰਹੇ ਹਾਂ ਜਿਹੜੇ ਉੱਥੇ ਬੰਕਰਾਂ 'ਚ ਬੈਠੇ ਨੇ WhatsApp ਦੇ ਰਾਹੀਂ, ਸੋਸ਼ਲ ਮੀਡੀਆ ਰਾਹੀਂ ਕਿ ਉਹ ਸੇਫ ਹੈਗੇ ਨੇ ਔਰ ਉਹਨਾਂ ਨੂੰ ਪ੍ਰੋਪਰ ਸੇਫ ਤਰੀਕੇ ਦੇ ਨਾਲ ਇਵੈਕੂਏਟ ਕੀਤਾ ਜਾਏ। ਚਲੋ ਠੀਕ ਆਹ ਗੱਲ ਹੈਗੀ। ਚਲੋ ਕਿਹੜਾ ਕੋਈ ਇਲੈਕਸ਼ਨ ਠੀਕ ਜਿਹੜੀ ਅਸੀਂ ਉਹਨਾਂ ਦੇ ਉੱਪਰ ਬਣਾ ਰਹੇ ਹੈਗੇ। ਚਲੋ ਪ੍ਰੋਫੈਸਰ ਮਨਜੀਤ ਸਿੰਘ,
ਰਸਮਜੀਤ ਸਿੰਘ, ਪੰਜਾਬ ਦਾ ਸਵਾਲ ਹੈ ਵਿੱਚ ਯੂਕਰੇਨ ਵਾਲਾ ਸਵਾਲ ਵੀ ਆ ਗਿਆ ਸੀਗਾ, ਉਹਦੇ ਵਿੱਚ ਵੀ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈਗੀ। ਰਸਮਜੀਤ ਸਿੰਘ, ਸਾਰਿਆਂ ਨੂੰ ਚਿੰਤਤ ਹੋਣਾ ਪਊਗਾ ਕਿ ਉਹਨਾਂ ਨੂੰ ਉੱਥੋਂ ਕਿਵੇਂ ਕੱਢਣਾ ਹੈਗਾ, ਕਿਵੇਂ ਨਹੀਂ ਕਰਨਾ ਹੈਗਾ। ਰਸਮਜੀਤ ਸਿੰਘ, ਜਿਹੜਾ ਸਵਾਲ ਇੱਥੇ ਪੰਜਾਬ ਦੇ ਵਿੱਚ ਵੱਡਾ ਕੀਤਾ ਜਾ ਰਿਹਾ, ਮੈਂ ਉਸ ਸਵਾਲ ਤੇ ਆ ਰਿਹਾ ਰਸਮਜੀਤ ਸਿੰਘ ਫਿਰ ਦੁਬਾਰਾ ਤੋਂ। ਕਿਸਾਨ ਵਾਰ-ਵਾਰ ਇਹ ਕਹਿੰਦੇ ਸੀਗੇ ਕਿ ਸੰਘੀ ਢਾਂਚੇ ਦਾ ਸਵਾਲ ਸਿਆਸਤ ਨਹੀਂ ਚੁੱਕਦੀ ਪਈ, ਹੁਣ ਸਿਆਸਤ ਨੇ ਚੋਣਾਂ ਤੋਂ ਬਾਅਦ ਇਸ ਸਵਾਲ ਨੂੰ ਵੱਡਾ ਕਿਉਂ ਕੀਤਾ? ਰਸਮਜੀਤ ਸਿੰਘ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ। ਮੈਨੂੰ ਬੜਾ ਅਜੀਬ ਜੀ ਫੀਲਿੰਗ ਆ ਰਹੀ ਆ, ਪਤਾ ਨਹੀਂ ਬਹੁਤ ਉਹਦੇ ਨਾਲ ਸਹਿਮਤ ਨਹੀਂ ਹੋਣਗੇ। ਐਉਂ ਲੱਗਦਾ ਕਿ ਪਾਕਿਸਤਾਨ ਨਾਲ ਜਿੰਨਾ ਵੀ ਬਾਰਡਰ ਲੱਗਦਾ ਉਹ 100 ਕਿਲੋਮੀਟਰ ਹੋਵੇ, 200 ਕਿਲੋਮੀਟਰ ਦੀ ਪੱਟੀ ਤੱਕ, ਉਹ 'ਚ ਪੰਜਾਬ ਵੀ ਆਉਂਦਾ ਆ ਤੇ ਜੰਮੂ ਕਸ਼ਮੀਰ ਵੀ ਆਉਂਦਾ, ਅੱਗੇ ਰਾਜਸਥਾਨ ਦਾ ਕੁਝ ਹਿੱਸਾ ਆਉਂਦਾ ਜਿੱਥੇ ਜ਼ਿਆਦਾ ਰੇਗਿਸਤਾਨ ਹੈ, ਕੋਈ ਬਹੁਤਾ ਐਕਟਿਵ ਬਾਰਡਰ ਨਹੀਂ ਹੈ। ਇਹ ਜਿਹੜਾ ਐਕਟਿਵ ਬਾਰਡਰ ਹੈ ਜਿੱਥੇ ਪੈਨੀਟ੍ਰੇਸ਼ਨ ਆਉਣਾ ਜਾਣਾ ਜ਼ਿਆਦਾ ਐਕਟਿਵ ਰਹਿੰਦਾ, ਇਹਦੇ ਤੇ ਕੇਂਦਰ ਚੰਗੇ ਤਰੀਕੇ ਨਾਲ ਮਜ਼ਬੂਤੀ ਨਾਲ ਆਪਣੇ ਅੰਡਰ ਕਰਨਾ ਚਾਹੁੰਦਾ। ਉਹਦੀਆਂ ਕੋਈ ਲੰਬੀਆਂ ਪਲੈਨਿੰਗ ਹੈਗੀਆਂ, ਤੁਹਾਨੂੰ ਪਤਾ ਵਪਾਰ ਦੀਆਂ ਵੀ ਹੋ ਸਕਦੀਆਂ ਤੇ ਰਾਜਨੀਤਿਕ ਵੀ ਹੈਗੀਆਂ। ਜਿਸ ਤਰ੍ਹਾਂ ਭਾਰਤਮਾਲਾ ਜਿਹਦੇ ਨਾਲ ਤੁਸੀਂ ਸੜਕਾਂ ਜਿਹੜੀਆਂ ਸੁਖਬੀਰ ਬਾਦਲ ਤੇ ਇਸ ਕਰਕੇ ਕਿ ਦੇਖੋ ਜੀ ਬਹੁਤ ਸੋਹਣੀਆਂ ਫਲਾਨੀਆਂ ਸੜਕਾਂ, ਬੰਬ ਵੀ ਮਾਰ ਦੋਗੇ ਤੇ ਉਹ ਟੁੱਟਣਗੀਆਂ, ਇਹ ਗੱਲ ਠੀਕ ਆ, ਪਰ ਉਹਦਾ ਪਰਪਸ ਕੀ ਆ? ਇੱਥੇ ਅਸੀਂ ਬੰਬ ਚਲਾਉਣੇ ਆ ਕਿ ਖੇਤੀ ਕਰਨੀ ਆ? ਪਰਪਸ ਤੇ ਉਹਦਾ ਡਿਫੈਂਸ ਲਈ ਆ। ਸਿੱਧਾ ਕਹੋ ਕਿ ਡਿਫੈਂਸ ਵਾਲੇ ਤਕੜੀਆਂ ਕੁਝ ਜਿਹਦੇ ਤੇ ਜਹਾਜ਼ ਵੀ ਉਤਾਰੇ ਸਕਦੇ, ਇਹੋ ਜਿਹੀਆਂ ਕੀਤੀਆਂ ਜਾ ਰਹੀਆਂ। ਮੈਨੂੰ ਸ਼ੰਕਾ ਇਹ ਲੱਗਦਾ ਕਿ ਜਿਵੇਂ ਜੰਮੂ ਕਸ਼ਮੀਰ ਨੂੰ ਬਿਲਕੁਲ ਸਿੱਧਾ ਆਪਣਾ ਸੈਂਟਰ ਨੇ ਆਪਣੇ ਹੱਥ 'ਚ ਕਰ ਲਿਆ, ਜਿਹਦਾ ਰਿਐਕਸ਼ਨ ਚਾਈਨਾ ਨੇ ਵੀ ਕੀਤਾ, ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਿੱਧਾ ਆਪਣੇ ਕੰਟਰੋਲ 'ਚੋਂ ਕਰਨਾ ਚਾਹੁੰਦੇ, ਜਿਹੜਾ ਕਿ ਬਹੁਤ ਮੁਸ਼ਕਲ ਹੋਊਗਾ ਜੰਮੂ ਕਸ਼ਮੀਰ ਦੇ ਮੁਕਾਬਲੇ। ਉੱਥੇ ਗੱਲਾਂ ਹੋਰ ਸੀ, ਇੱਥੇ ਇਹ ਕਰਕੇ ਹੋ ਸਕਦਾ ਕੱਲ ਨੂੰ ਕੋਈ ਇੱਧਰ ਨੂੰ ਜਿਵੇਂ ਬਾਲਾਕੋਟ ਵਾਲਾ ਪਹਿਲਾਂ ਕੋਈ ਆਪਣੀ ਕੀਤੀ ਸੀਗੀ ਰਾਜਨੀਤੀ, ਉਸ ਕਿਸਮ ਦੀ ਹੁਣ ਕਸ਼ਮੀਰ ਜਿਹੜਾ ਪਾਕਿਸਤਾਨੀ ਕਸ਼ਮੀਰ ਆ ਉਧਰ ਵੱਲ ਕੋਲ ਠੂਠਾ ਕਰਕੇ ਅਗਲੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਸਕਦੀ। ਬਹੁਤ ਵੱਡਾ ਸਵਾਲ ਖੜਾ ਕਰਦੇ ਰਸਮਜੀਤ ਸਿੰਘ, ਬਹੁਤ ਜ਼ਿਆਦਾ। ਬਿਲਕੁਲ ਬਿਲਕੁਲ, ਨਾ ਵੱਡਾ ਸਵਾਲ ਕੀ ਹੈ? ਇਹ ਦੇਖ ਹੀ ਰਿਹਾ ਨਾ ਲਗਾਤਾਰ ਜੋ ਕੀਤੇ ਜਾ ਰਹੇ ਆ। ਮੈਂ ਕੋਈ ਸਵਾਲ ਨਹੀਂ ਕਰ ਰਿਹਾ। ਸਾਨੂੰ ਜਿਹੜੀਆਂ ਪੁਰਾਣੀਆਂ ਸਾਰੇ ਇਹਨਾਂ ਦੀ ਇੱਕ ਤੋਂ ਬਾਅਦ ਦੂਸਰੇ ਸਟੈਪਸ ਆ ਉੱਥੋਂ ਸਾਫ਼ ਨਜ਼ਰ ਆ ਰਿਹਾ। ਨਹੀਂ ਤੇ ਮੈਨੂੰ ਇਹ ਦੱਸੋ, ਇਹਨਾਂ ਨੇ ਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਚੰਨੀ ਸਾਹਿਬ ਕਹਿ ਰਿਹਾ ਕਿ ਇਹ ਕਹਿ ਰਿਹਾ ਜੀ ਉਹਨਾਂ ਨੇ ਹਿਸਾਬ ਨਹੀਂ ਦੇ ਰਹੇ, ਉਹ ਹਿਸਾਬ ਦੀ ਥੋੜੀ ਗੱਲ ਕਹਿ ਰਿਹਾ। ਉਹਨਾਂ ਨੇ ਪਿਛਲੀ ਵਾਰੀ ਉਹਨਾਂ ਨੂੰ ਮਨਾਇਆ ਕਿ ਤੁਸੀਂ ਆਪਣਾ ਐਕਟ ਚੇਂਜ ਕਰੋ ਔਰ ਉਹਦੇ ਵਿੱਚ ਜਿਹੜਾ ਮੰਡੀ ਬੋਰਡ ਨੂੰ ਤੁਸੀਂ ਦਿੰਦੇ ਆ ਜਾਂ ਰੂਰਲ ਡਿਵੈਲਪਮੈਂਟ ਫੰਡ 3% ਲੈਣੇ ਆ, ਉਹ ਨਹੀਂ ਲੈਣਾ ਚਾਹੀਦਾ। ਪਿਛਲੀ ਵਾਰੀ ਇਹਨਾਂ ਨੇ ਹੱਥ ਜੋੜ ਕੇ ਕਿਸੇ ਤਰੀਕੇ ਨਾਲ ਟਾਈਮ ਕੱਢ ਲਿਆ, ਐਤਕੀ ਉਹ ਉਹਨਾਂ ਨੇ ਫੇਰ ਪੰਗਾ ਪਾ ਲਿਆ। ਇਸ ਲਈ ਸੈਂਟਰ ਬਿਲਕੁਲ ਆਪਣੇ ਕਬਜ਼ੇ 'ਚ ਪੰਜਾਬ ਨੂੰ ਕਰਨਾ ਚਾਹੁੰਦਾ, ਜਿਹੜੇ ਕਿਸਾਨ ਹੋਣ ਨਹੀਂ ਦੇਣਗੇ। ਠੀਕ ਹੈ। ਅਰਸ਼ਪ੍ਰੀਤ ਖੜਿਆਲ, ਬਤੌਰ ਸਰਕਾਰ ਤੁਸੀਂ ਹੁਣ ਤੱਕ ਕੀ ਐਕਸ਼ਨ ਲਿਆ? ਖੜਿਆਲ ਸਾਹਿਬ ਅਨਮਿਊਟ ਕਰ ਲਓ ਪਲੀਜ਼। ਹਾਏ ਸਰਕਾਰ ਹੈਗੀ ਤੁਹਾਡੀ, ਹਾਂ ਬੋਲੋ। ਇਹ ਸਰਕਾਰ ਤਾਂ ਅੱਗੇ ਵੀ ਰਹੂਗੀ, ਅਨਮਿਊਟ ਹੀ ਰਵਾਂਗੇ, ਪਰ ਫੈਕਟ ਆਫ ਮੈਟਰ ਇਜ਼ ਕਿ BBMB ਇਸ਼ੂ ਬਾਰੇ ਅਸੀਂ ਮੋਦੀ ਜੀ ਨੂੰ ਲੈਟਰ ਵੀ ਲਿਖਿਆ, ਅਸੀਂ ਆਪਦੇ ਵੱਲੋਂ ਪ੍ਰੋਟੈਸਟ ਵੀ ਕੀਤੀ ਹੈ, ਅਸੀਂ ਅਵੇਅਰਨੈਸ ਵੀ ਫੈਲਾਈ ਹੈ। ਜੋ ਆਪੋਜੀਸ਼ਨ ਦਾ ਕੰਮ ਹੁੰਦਾ ਅਸੀਂ ਠੋਕ ਕੇ ਕੀਤਾ। ਬਟ ਇਹਨਾਂ ਨੇ ਰਸ਼ੀਆ ਤੇ ਯੂਕਰੇਨ ਦੀ ਗੱਲ ਕੀਤੀ ਚੰਨੀ ਸਾਹਿਬ ਨੇ। ਮੈਨੂੰ ਲੱਗਦਾ ਹੈ ਇਹ ਅਵੇਅਰ ਨਹੀਂ ਹੈਗੇ ਕਿ ਕੁਝ ਬੱਚੇ, ਕੁਝ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੇ ਬੱਚੇ ਬੈਠੇ ਆ। ਵੀਡੀਓਜ਼ ਉਹਨਾਂ ਨੂੰ ਪਾਉਣੀਆਂ ਪੈ ਰਹੀਆਂ ਵੀ ਸੈਂਟਰਲ ਗਵਰਨਮੈਂਟ ਸਾਡੀ ਮਦਦ ਕਰੋ, ਅਸੀਂ ਇੱਥੇ ਫਸੇ ਬੈਠੇ। ਤੇ ਜਿਹਨੂੰ ਤੁਸੀਂ ਇਵੈਕੂਏਸ਼ਨ ਕਹਿ ਰਹੇ ਹੋ, ਇਵੈਕੂਏਸ਼ਨ ਨਹੀਂ ਹੁੰਦੀ। ਇੱਕ ਬੋਰਡਿੰਗ ਪਾਸ ਫੜਾ ਦੇਣਾ ਤੇ ਜਹਾਜ਼ ਚੜਵਾ ਦੇਣਾ, ਉਹ ਇਵੈਕੂਏਸ਼ਨ ਨਹੀਂ ਹੈ। ਬੰਕਰ ਜਿੱਥੇ ਫਸੇ ਹੋਏ ਹੈ, ਜਿਨ੍ਹਾਂ ਕੋਲੇ ਪਾਣੀ ਨਹੀਂ ਹੈਗਾ, ਉਹ ਬਰਫ਼ ਨੂੰ ਨਾ ਚੱਕ ਕੇ ਥੱਲੋਂ ਉਹਨੂੰ ਆਪਣਾ ਹੀਟ ਕਰਕੇ ਉਵੇਂ ਪਾਣੀ ਪੀਣਾ ਪੈ ਰਿਹਾ ਉਹਨਾਂ ਨੂੰ, ਉਹ ਇਵੈਕੂਏਸ਼ਨ ਕਰੋ ਉਹ ਬੱਚਾ ਦੀ। ਜਿਹਨੂੰ ਜੇ ਵਾਕਈ ਤੁਸੀਂ ਕ੍ਰੈਡਿਟ ਚਾਹੁੰਦੇ ਹੋ, ਜਿਹੜਾ ਤੁਸੀਂ ਸੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਹੈਲਪ ਦੈਮ। ਥੀਏਟਰਿਕਸ ਨਾਲ ਕੁਝ ਨਹੀਂ ਹੋਣਾ। ਸਿੰਧੀਆ ਸਾਹਿਬ ਬੋਲ ਰਹੇ ਸੀਗੇ, ਮੇਅਰ ਨੇ ਉਹਨਾਂ ਨੂੰ ਕੰਟਰਾਡਿਕਟ ਕਰਤਾ। ਉਹ ਕਹਿੰਦੇ ਵੀ ਸ਼ੈਲਟਰ, ਮੇਅਰ ਜਿਹੜਾ ਉੱਥੇ ਦਾ ਸੀਗਾ, ਉਹ ਕਹਿੰਦਾ ਮੈਂ ਸ਼ੈਲਟਰ ਦਿੱਤਾ ਹੈ, ਮੈਂ ਖਾਣਾ ਦਿੱਤਾ ਹੈ, ਮੈਂ ਮੇਕ ਸ਼ੋਰ ਕੀਤਾ ਕਿ ਹੈਲਪ ਹੋਵੇ। ਦੂਜਾ, ਇਹ ਇਹਨਾਂ ਦੇ ਕੋਈ ਲੀਡਰ ਸੀਗੇ, ਉਹ ਕਹਿੰਦੇ ਭਾਰਤ ਮਾਤਾ ਕੀ ਜੈ, ਬੱਚਿਆਂ ਨੇ ਵੀ ਕਿਹਾ ਜੈ, ਫਿਰ ਕਹਿੰਦੇ ਮੋਦੀ ਜੀ ਜ਼ਿੰਦਾਬਾਦ। ਕਿਸੇ ਨੇ ਜ਼ਿੰਦਾਬਾਦ ਨਹੀਂ ਕਿਹਾ ਕਿਉਂਕਿ ਐਕਸਪੋਜ਼ ਦੀ BJP ਐਕਸਪੋਜ਼ ਹੋ ਚੁੱਕੀ ਹੈ। ਤੀਜੀ ਗੱਲ ਬਹੁਤ ਇੰਪੋਰਟੈਂਟ ਹੈ, ਇਹਨਾਂ ਨੂੰ ਮੈਂ ਇੱਕ ਚੀਜ਼ ਪੁੱਛਦਾ ਵੀ ਚੰਨੀ ਸਾਹਿਬ, ਪੰਜਾਬ ਦੀ ਰਿਪਰੈਜ਼ੈਂਟੇਸ਼ਨ BBMB ਦੇ ਵਿੱਚ ਤੁਸੀਂ ਕਿਉਂ ਚਾਹੁੰਦੇ ਹੋ ਨਾ ਹੋਵੇ? ਇੱਕ ਗੁੱਡ ਰੀਜ਼ਨ ਦੇ ਦਿਓ, ਵਨ ਗੁੱਡ ਰੀਜ਼ਨ ਐਸ ਟੂ ਵਾਈ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉੱਥੇ ਨਹੀਂ ਹੋਣੀ ਚਾਹੀਦੀ 58% ਦੇ ਬਾਵਜੂਦ। ਤੇ ਲਾਸਟ ਬਟ ਨਾਟ ਦ ਲੀਸਟ, ਪਹਿਲਾਂ ਵੀ ਇਹਨਾਂ ਦਾ ਹਿਸਟਰੀ ਰਹੀ ਹੈ, ਇੱਕ ਪੈਟਰਨ ਹੈ BJP ਦਾ। ਪੰਜਾਬ ਜਦੋਂ ਚੀਫ ਇੰਜੀਨੀਅਰਸ ਦੀ ਲਿਸਟ ਭੇਜਦਾ ਹੁੰਦਾ ਸੀ, 3 ਚੀਫ ਇੰਜੀਨੀਅਰਸ ਦੀ, ਫॉर ਨੋ ਰੈਮੋ ਰੀਜ਼ਨ ਉਹਨਾਂ ਨੂੰ ਰਿਜੈਕਟ ਕਰਦੇ ਸੀਗੇ, ਸਿਰਫ ਔਰ ਸਿਰਫ ਪੰਜਾਬ ਨੂੰ ਸਫਰ ਕਰਾਉਣ ਲਈ। ਤੇ ਨਾਲੇ ਹੁਣ ਚੰਨੀ ਸਾਹਿਬ ਨੇ ਕਿਹਾ ਵੀ, ਮੈਂ ਜਦੋਂ ਇਹਨਾਂ ਨੂੰ ਪੁੱਛਿਆ ਵੀ ਕਿਉਂ ਇਹ ਤੁਹਾਨੂੰ CSF ਲਾਉਣ ਦੀ ਜ਼ਰੂਰਤ ਨਹੀਂ, ਕਰੇ ਕੋਈ ਇਨਪੁਟ ਆਈ ਹੋਣੀ ਹੈ। ਚੰਨੀ ਸਾਹਿਬ, ਜਾਂ ਤਾਂ ਕੋ ਵੀ ਆਈ ਹੈ ਜਾਂ ਕੋ ਨਹੀਂ ਆਈ,
ਹੋਣੀ ਉਹਦਾ ਕੀ ਮਤਲਬ ਹੁੰਦਾ? ਬਿਕੋਜ਼ ਯੂ ਆਰ ਇਨ ਦ ਗਵਰਨਮੈਂਟ, ਯੂ ਸ਼ੁਡ ਨੋ ਵੀ ਕੋਈ ਖਤਰਾ। ਬਿਕੋਜ਼ BBMP ਦੇ ਵਿੱਚ ਅਸੀਂ ਕੋਈ ਵੀ ਇਸ਼ੂ ਨਹੀਂ ਦੇਖਿਆ, ਕੋਈ ਥ੍ਰੈਟ ਨਹੀਂ ਦੇਖਿਆ, ਕੋਈ ਲੂਪ ਹੋਲ ਲੈਕੂਨਾ ਇਦਾਂ ਦਾ ਨਹੀਂ ਦੇਖਿਆ ਜਿਹਦੇ ਕਰਕੇ ਏਡਾ ਵੱਡਾ ਪੈਰਾਡਾਈਮ ਸ਼ਿਫਟ ਤੁਹਾਨੂੰ ਕਰਨ ਦੀ ਜ਼ਰੂਰਤ ਪਵੇ। ਸੋ ਇਹ ਗੱਲਾਂ ਦਾ ਜਵਾਬ ਦੇ ਦਿਓ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ। ਬ੍ਰੇਕ ਤੋਂ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ। ਸਵਾਲ ਬਹੁਤ ਵੱਡੇ ਆ ਪਰ ਵਕਤ ਘੱਟ ਹੈ ਤੇ ਇਸ ਘੱਟ ਵਕਤ ਦੇ ਵਿੱਚ ਇਹ ਵੱਡੇ ਸਵਾਲ ਪੁੱਛੇ ਲਾਜ਼ਮੀ ਹੈਗੇ। ਜੇ ਅੱਜ ਨਾ ਪੁੱਛੇ ਤਾਂ ਫਿਰ ਆਉਣ ਵਾਲੀ ਪੀੜ੍ਹੀ ਪੁੱਛਿਆ ਕਰੂਗੀ ਤੁਸੀਂ ਉਦੋਂ ਕਿੱਥੇ ਸੀ। ਵਾਪਸ ਆ ਰਿਹਾ। ਪੰਜਾਬ ਸੰਘੀ ਢਾਂਚੇ ਦਾ ਸਵਾਲ ਅੱਜ ਦਿਨ ਵੱਡਾ ਕਿਉਂ ਹੁੰਦਾ ਜਾ ਰਿਹਾ। ਚੰਨੀ ਸਾਹਿਬ, ਜਿਹੜਾ ਕਾਂਗਰਸ ਸਵਾਲ ਕਰਦੀ ਪਈ ਹੈ ਕਿ BBMP ਦੇ ਵਿੱਚੋਂ ਪੰਜਾਬ ਦੀ ਜਿਹੜੀ ਸਥਾਈ ਮੈਂਬਰੀ ਹੈ ਉਸ ਨੂੰ ਖਤਮ ਕਰਨ ਦੇ ਪਿੱਛੇ ਕੋਈ ਵੱਡਾ ਰੀਜ਼ਨ ਤਾਂ ਹੋਣਾ ਚਾਹੀਦਾ। ਉਹ ਕਹਿੰਦੇ ਗੁੱਡ ਰੀਜ਼ਨ ਦੱਸ ਦਿਓ ਸਰ, ਕੋਈ ਹੈਗਾ ਸਰ ਰੀਜ਼ਨ? ਗੱਲ ਇਹ ਹੈਗੀ ਹੈ ਕਿ ਇਹ ਤਾਂ ਅਸੀਂ ਸੀਨੀਅਰ ਕੌਂਸਲ ਹਾਈ ਕੋਰਟ ਦੇ ਰਹੇ ਨੇ ਔਰ ਇਹਨਾਂ ਨੇ ਜ਼ਿਕਰ ਵੀ ਕੀਤਾ ਸੀਗਾ ਕਿ ਮਿਸਟਰ ਜਗਮੋਹਨ ਸਿੰਘ ਨੇ 2015 ਦੇ ਵਿੱਚ ਚੈਲੰਜ ਕੀਤੀ ਸੀ ਜਿਹੜੀ ਨੋਟੀਫਿਕੇਸ਼ਨ ਹੋਈ ਸੀਗੀ ਚੇਅਰਮੈਨ ਦੀ ਸਿਲੈਕਸ਼ਨ ਵਾਸਤੇ। ਉਹ ਹਾਈ ਕੋਰਟ ਨੇ ਸੈਟੀਸਫਾਈਡ ਕਰਕੇ ਜਗਮੋਹਨ ਸਿੰਘ ਦਾ ਕੈਂਡੀਡੇਚਰ ਜਿਹੜਾ ਸੀਗਾ ਉਹ ਕੰਸੀਡਰ ਕਰਾਇਆ ਸੀ, ਚਾਹੇ ਨਹੀਂ ਲੱਗੇ। ਔਰ ਇਹ ਵੀ ਹੈਗਾ ਕਿ ਜਿਹੜਾ ਹਿਮਾਚਲ ਪ੍ਰਦੇਸ਼ ਦਾ ਚੇਅਰਮੈਨ ਗਿਆ ਸੀਗਾ ਉਹ ਸਿਰਫ ਚਲੋ ਫਿਰ ਸਾਰੇ ਰਿਪੀਟ ਹੋ ਰਿਹਾ। ਚੰਨੀ ਸਾਹਿਬ ਰਿਪੀਟ ਹੋ ਰਿਹਾ। ਮੈਂ ਅਗਲਾ ਸਵਾਲ ਕਰ ਲੈਣਾ ਸਰ, ਆਪਣੇ ਕੋਲ ਵਕਤ ਇੱਦਾਂ ਕੀ ਹੈ। ਚੰਨੀ ਸਾਹਿਬ, ਪੰਜਾਬ BJP ਚਾਹੁੰਦੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਸਰ? ਨਹੀਂ, ਅਸੀਂ ਤਾਂ ਚਾਹੁੰਦੇ ਹਾਂ। ਅਸੀਂ ਕਦੋਂ ਕਿਹਾ ਵੀ ਅਸੀਂ ਨਹੀਂ ਚਾਹੁੰਦੇ? ਇਹ ਤਾਂ ਸਰ ਇੱਕ ਕੋਈ ਸਿੰਗਲ ਚੰਨੀ ਸਾਹਿਬ ਇੱਕ ਕੋਈ ਸਿੰਗਲ ਲੈਟਰ ਪੰਜਾਬ BJP ਨੇ ਲਿਖੀ ਹੋਵੇ, ਪੰਜਾਬ BJP ਦਾ ਵਫਦ ਜਾ ਕੇ ਡਿਮਾਂਡ ਕਰਕੇ ਆਇਆ ਹੋਵੇ, ਕੋਈ ਦੱਸ ਦਿਓ ਸਰ। ਪਿਛਲੇ ਮੈਂ 15 ਸਾਲ ਕਹਿ ਰਿਹਾ ਸਰ, ਮੈਂ 7 ਵੀ ਨਹੀਂ ਕਹਿ ਰਿਹਾ, 5 ਵੀ ਨਹੀਂ ਕਹਿ ਰਿਹਾ, 2 ਵੀ ਨਹੀਂ ਕਹਿ ਰਿਹਾ, 15 ਸਾਲ ਸਰ। ਚੰਨੀ ਸਾਹਿਬ ਦੇਖੋ ਗੱਲ ਇਹ ਹੈਗੀ ਹੈ, ਅਸੀਂ ਸੀਗੇ ਬਹੁਤ ਸਮਾਲ ਪਾਰਟਨਰ ਤੇ ਸਾਡੇ ਜਿਹੜੇ ਅਸਲੀ ਪਾਰਟਨਰ ਸੀਗੇ ਅਕਾਲੀ ਦਲ, ਉਹਨਾਂ ਦਾ ਪਤਾ ਸਰ ਸਰਕਾਰ ਦੀ ਡਿਮਾਂਡ ਨਹੀਂ ਪੁੱਛ ਰਿਹਾ ਚੰਨੀ ਸਾਹਿਬ। ਸਰਕਾਰ ਤਾਂ ਤੁਹਾਡੀ ਹੁਣ ਵੀ ਆ ਜਾਣੀ ਹੈ, ਤੁਸੀਂ ਕਹਿ ਰਹੇ ਹੋ ਉਦੋਂ ਕਰ ਲਿਓ ਸਰ, ਕੋਈ ਦਿੱਕਤ ਨਹੀਂ ਮੈਨੂੰ। ਮੈਂ ਬਤੌਰ BJP ਪੁੱਛ ਰਿਹਾ ਸਰ। ਨਹੀਂ, ਅਸੀਂ ਦੇਖੋ ਅਸੀਂ ਪੰਜਾਬ ਦੇ ਸਾਰੇ ਹੱਕਾਂ ਦੀ ਗੱਲ ਕਰਾਂਗੇ ਔਰ ਪੂਰੀ ਗੱਲ ਠੋਕ ਜਾ ਕੇ ਕਰਾਂਗੇ ਔਰ ਸਾਡੀ ਗੱਲ ਦੀ ਸੁਣਵਾਈ ਵੀ ਹੋਏਗੀ। ਇਹ ਠੀਕ ਹਾਂ ਪ੍ਰੋਫੈਸਰ ਮਨਜੀਤ ਸਿੰਘ ਫਟਾਫਟ ਲਾਸਟ ਟੇਕ ਪਲੀਜ਼। ਨਾ ਬਸ ਮੈਂ ਤੇ ਇੰਨਾ ਹੀ ਕਹਿਣਾ ਹੈ। ਮੈਂ ਬਿਲਕੁਲ ਇਹੀ ਮੇਰੇ ਮਨ 'ਚ ਸਵਾਲ ਸੀ ਜਿਹੜਾ ਤੁਸੀਂ ਕੀਤਾ। ਇਹ ਕਹਿੰਦੇ ਕਿ ਅਸੀਂ ਪੰਜਾਬ ਦੇ ਹੱਕ ਵਿੱਚ ਆ। ਜੇ ਪੰਜਾਬ ਦੇ ਹੱਕ 'ਚ ਆ ਬਿਲਕੁਲ ਸਾਨੂੰ ਬਹੁਤ ਚੰਗੀ ਗੱਲ ਲੱਗਦੀ ਹੈ। ਤੁਸੀਂ ਇਹ ਪ੍ਰਪੋਜ਼ ਕਰੋ ਕਿ ਸਾਡੀ ਸਰਕਾਰ ਆ ਦਿੱਲੀ ਦੇ ਵਿੱਚ ਮੋਦੀ ਜੀ ਦੀ, ਉਹ ਸਾਡੀ ਸੁਣਦੇ ਆ। ਅਸੀਂ ਸਰਵ ਪਾਰਟੀ ਮੀਟਿੰਗ ਸਾਧਦੇ ਆ ਔਰ BBM ਦਾ ਜਾਂ ਹੋਰ ਵੀ ਜਿਹੜਾ ਸਿਕਿਉਰਿਟੀ ਦਾ ਮਾਮਲਾ ਅਸੀਂ ਰਲ ਕੇ ਤੁਹਾਡੀ ਲੀਡਰਸ਼ਿਪ ਲੈਂਦੇ ਆ, ਅਸੀਂ ਦੂਰ ਕਰਾਵਾਂਗੇ। ਨਹੀਂ ਤੇ ਅਸੀਂ ਤੁਹਾਡੇ ਨਾਲ ਪ੍ਰੋਟੈਸਟ ਤੇ ਬੈਠਾਂਗੇ, ਚੰਡੀਗੜ੍ਹ ਵੀ ਲੈ ਕੇ ਦੇਵਾਂਗੇ, ਪ੍ਰੋਟੈਸਟ ਕਰਾਂਗੇ। ਕਿਉਂ ਨਹੀਂ ਤੁਸੀਂ ਇਹ ਗੱਲ ਦਾ ਅਨਾਉਂਸਮੈਂਟ ਕਰਦੇ ਕਿ ਅਸੀਂ ਲੀਡ ਕਰਾਂਗੇ ਪੰਜਾਬ ਦੀਆਂ ਪਾਰਟੀਆਂ ਨੂੰ? ਸੁਖਬੀਰ ਬਾਦਲ ਕਹਿ ਰਿਹਾ, ਹੋਰ ਸਾਰੇ ਕਹਿ ਰਹੇ ਆ। ਜੇ ਤੁਹਾਡੀ ਇੰਨੀ ਚੱਲਦੀ ਹੈ, ਸਾਨੂੰ ਪਤਾ ਚੱਲਦੀ ਹੈ, ਤਾਂ ਤੁਹਾਨੂੰ ਇਸ ਤਰੀਕੇ ਨਾਲ ਇਸ ਵੇਲੇ ਪੰਜਾਬ ਦੇ ਹੱਕਾਂ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ, ਲੀਡਰਸ਼ਿਪ ਦਾ ਰੋਲ ਲੈਣਾ ਚਾਹੀਦਾ। ਚਲੋ ਮਿਸਟਰ ਖੜਿਆ ਲਾਸਟ ਟੇਕ ਤੁਹਾਡਾ ਪਲੀਜ਼। ਜੀ ਮੈਂ ਇੱਕ ਲਾਈਨ ਕਹੂੰਗਾ ਕਿ BJP ਨੇ ਦੇਖ ਲਿਆ ਕਿ ਇਲੈਕਸ਼ਨ ਦੇ ਵਿੱਚ ਸਾਡਾ ਕੁਝ ਬਣਿਆ ਨਹੀਂ, ਸਾਨੂੰ ਪੰਜਾਬ ਨੇ ਵੋਟ ਨਹੀਂ ਪਾਏ, ਬਿਕੋਜ਼ ਬੜਾ ਕ੍ਰਿਸਟਲ ਕਲੀਅਰ ਸੀ ਕਿ BJP ਨੂੰ ਕੋਈ ਵੋਟ ਨਹੀਂ ਪਾ ਰਿਹਾ। ਤਾਂ ਕਰਕੇ ਇਹਨਾਂ ਨੇ ਇੱਕ ਬਦਲਾ, ਇੱਕ ਰਿਵੈਂਜ ਸੀ ਕੀਤਾ ਹੈ। 23 ਫਰਵਰੀ ਨੂੰ ਨਾਲ ਦੀ ਨਾਲ ਜਿਵੇਂ ਇਲੈਕਸ਼ਨਸ ਹੋ ਗਏ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤੀ, ਪੰਜਾਬ ਦੇ ਹੱਕ ਖੋਲੇ। ਸੋ BJP ਵਿੰਡਿਕਟਿਵ ਹੈ, BJP ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ ਤੇ ਐਂਟੀ ਪੰਜਾਬ ਮਨਸੂਬਾ ਜਿਹੜਾ BJP ਦਾ ਉਹ ਐਕਸਪੋਜ਼ ਹੋ ਗਿਆ ਹੈ। ਠੀਕ ਹੈ ਡਾਕਟਰ ਗਰਗ ਸਰ, ਲਾਸਟ ਟੇਕ ਤੁਹਾਡਾ। ਡਾਕਟਰ ਗਰਗ ਸਵਾਲ ਇਹ ਹੈ 10 ਮਾਰਚ ਤੋਂ ਬਾਅਦ ਇਹ ਸਵਾਲ ਜਿਹੜਾ ਅੱਜ ਪੁੱਛਿਆ ਜਾ ਰਿਹਾ ਕਿ ਸਵਾਲ ਇਸੇ ਤਰ੍ਹਾਂ ਪੁੱਛਿਆ ਜਾਊਗਾ ਜਾਂ ਡਾਕਟਰ ਗਰਗ ਉਦੋਂ ਸਿਰਫ ਕੁਝ ਧਿਰਾਂ ਰਹਿ ਜਾਣਗੀਆਂ ਜਿਹੜੇ ਸਵਾਲ ਪੁੱਛਣਗੀਆਂ ਜਿਹੜੀਆਂ ਜਾਂ ਇਸ ਸਿਆਸੀ ਖੇਡ ਦੇ ਵਿੱਚੋਂ ਬਾਹਰ ਹੋ ਜਾਣਗੀਆਂ? ਡਾਕਟਰ ਗਰਗ ਨਹੀਂ, ਜਿਹੜੀਆਂ ਬਾਹਰ ਵੀ ਹੋ ਗਈਆਂ ਉਹ ਵੀ ਕੁਛ ਨਾ ਕੁਛ ਤਾਂ ਪੁੱਛਣਗੀਆਂ। ਜਿਹੜੀਆਂ ਸਿਆਸੀ ਖੇਡ ਦੇ ਵਿੱਚ ਹੋਣਗੀਆਂ ਉਹ ਵੀ, ਇਹ ਸਵਾਲ ਖਤਮ ਨਹੀਂ ਹੋਣਾ ਪਰ ਬਹੁਤ ਥੋੜੇ ਧੀਮਾ ਚਲਾ ਜਾਏਗਾ। ਕਿਉਂਕਿ ਅੱਜ ਤਾਂ ਇਹਨਾਂ ਨੂੰ ਇਹ ਪੁੱਛਣ ਦੀ ਲੋੜ ਨਹੀਂ। ਜੇ ਇਹੀ ਗੱਲ ਕਹਿਣੀ ਹੋਵੇ ਅੱਜ ਤਾਂ ਬਿਲਕੁਲ ਇੱਕ ਪੇਟੀਆਂ 'ਚ ਬੰਦ ਹੈ, ਸਰਕਾਰ ਕੰਮ ਚਲਾਊ ਟਾਈਪ ਹੀ ਹੈ ਤੇ ਇਸ ਕਰਕੇ ਜੇ ਪੁੱਛਿਆ ਅੱਜ ਵੀ ਜਾ ਰਿਹਾ ਤਾਂ ਮਤਲਬ ਤਾਂ ਹੈਗਾ। ਇਹਨੂੰ ਆਪਾਂ ਘਟਾ ਕੇ ਨਾ ਦੇਖੀਏ। ਪਰ ਜੇ ਕਿਸਾਨ ਫੋਕਸ ਕਰਦੇ ਹੋ ਆਪਣੇ ਲੈਵਲ ਤੇ, ਮੈਂ ਚੰਨੀ ਸਾਹਿਬ ਦਾ ਇੱਕ ਸਵਾਲ ਮੇਰੇ ਮਨ 'ਚ ਬੜਾ ਵੱਡਾ ਹੈ। ਭਾਰਤ ਸਰਕਾਰ ਦਾ ਯੂਕਰੇਨ ਦੇ ਬਾਰੇ ਦਖਲਅੰਦਾਜ਼ੀ ਨਾ ਕਰਨਾ, ਨਿਰਪੱਖ ਰਹਿਣਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ। ਵੀ ਅਸੀਂ ਕਿਉਂ ਲੜੀਏ ਤੁਹਾਡੀ ਲੜਾਈ 'ਚ? ਬਹੁਤ ਲੋਕ ਕਹਿੰਦੇ ਵੀ ਭਾਰਤ ਸਰਕਾਰ ਨੇ ਐਂ ਕਰਨਾ ਸੀ, ਪਰ ਐਵੈਕੂਏਸ਼ਨ ਦਾ ਜਿਹੜਾ ਸਵਾਲ ਹੈ ਭਾਰਤ ਸਰਕਾਰ ਨੇ ਬਿਲਕੁਲ ਨਹੀਂ ਕਰਿਆ। ਅੰਬੈਸਡਰ ਨੇ ਕਿਹਾ ਜਿੱਥੇ ਜਗ੍ਹਾ ਮਿਲਦੀ ਹੈ ਚਲੇ ਜਾਓ, ਅੰਬੈਸਡਰ ਅਨਾਊਂਸ ਕਰਦਾ ਹੈ।
ਜਿੱਥੇ ਜਗ੍ਹਾ ਮਿਲਦੀ ਹੈ ਪਿੰਡਾਂ 'ਚ ਚਲੇ ਜਾਓ, ਬੱਚਿਆਂ ਨੂੰ ਆਪੇ ਤੁਰ ਕੇ ਚਲੇ ਜਾਓ, ਬਾਰਡਰ ਤੇ ਪਹੁੰਚ ਜਾਂਦੇ ਨੇ, ਉੱਥੋਂ ਕ੍ਰਾਸ ਕਰਾਉਣ ਵਾਸਤੇ ਨਾ ਉਹ ਪੋਲੈਂਡ 'ਚ ਜਾਣ ਦਿੰਦੇ ਨਾ ਰੋਮਾਨੀਆ 'ਚ ਜਾਣ ਦਿੰਦੇ ਨੇ। ਉੱਥੇ ਡਿਪਲੋਮੇਸੀ ਸਾਡੀ ਫੇਲ ਹੋਈ ਹੈ। ਹਾਂ, ਇੱਕ ਗੱਲ ਤੇ ਡਿਪਲੋਮੇਸੀ ਸਫਲ ਹੋਈ ਹੈ ਕਿ ਰੂਸ ਨੂੰ ਅਸੀਂ ਮਨਾਇਆ ਹੈ ਕਿ 6 ਘੰਟੇ ਜੰਗਬੰਦੀ ਕਰਦੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਕੱਢੀਏ, ਸੇਫ ਕੋਰੀਡੋਰ ਜਿਹਨੂੰ ਆਪਾਂ ਕਹਿੰਦੇ ਆ, ਉਹਦੇ 'ਚ ਅਸੀਂ ਸਫਲ ਹੋਏ ਆ। ਪਰ ਜੇ ਅਸੀਂ ਆਖੀਏ ਬੱਚਿਆਂ ਨੂੰ ਕੱਢਣ 'ਚ ਸਾਡੀ ਡਿਪਲੋਮੇਸੀ ਜਾਂ ਸਾਡੀਆਂ ਐਫਰਟਸ ਜਿੰਨੀਆਂ ਚਾਹੀਦੇ, ਜਾਂ ਸਮੇਂ ਤੇ ਅਸੀਂ 15 ਤਰੀਕ ਤਾਂ ਇਹ ਕਹਿੰਦੇ ਨੇ 15 ਤਰੀਕ ਤੱਕ ਤਾਂ ਬਿਨਾਂ ਨਾ ਇੱਥੇ ਬੈਠੇ ਰਹੋ, ਪਿੱਛੋਂ ਕਹਿੰਦਾ ਆਪੇ ਜਿੱਥੇ ਮਰਜੀ ਜਾਓ। ਸੋ ਇਹ ਗੱਲ ਠੀਕ ਨਹੀਂ ਹੈ। ਇਹ ਬੱਚਿਆਂ ਦੇ ਵਿੱਚ ਅਸੀਂ ਫੇਲ ਹੋਏ ਹਾਂ। ਡਾਕਟਰ ਕਰਕੇ ਮੈਂ ਪੰਜਾਬ ਵਾਲੇ ਸਵਾਲ ਤੇ ਵਾਪਸ ਆ ਰਿਹਾ ਸਰ, ਲਾਸਟ ਟੇਕ ਤੁਹਾਡਾ ਲੈਣਾ। ਪੰਜਾਬ ਤੋਂ ਬਦਲਾ ਲਿਆ ਜਾ ਰਿਹਾ ਸਰ, ਇਹ ਸਵਾਲ ਤੁਸੀਂ ਖੜਾ ਕੀਤਾ, ਇਸ ਨੂੰ ਜਸਟੀਫਾਈ ਕਿਵੇਂ ਕਰੋਗੇ? ਮੈਨੂੰ ਜਸਟੀਫਾਈ ਜਿੰਨੀਆਂ ਮਰਜ਼ੀ ਐਗਜ਼ਾਮਪਲਾਂ ਲੈ ਲਓ। ਪੰਜਾਬ ਤੋਂ ਬਦਲਾ ਲੈਣ ਤੋਂ ਸਿਵਾਏ ਹੋਰ ਹੈ ਕੀ? ਬਹੁਤਾ ਟਾਈਮ ਨਹੀਂ ਇਸ ਕਰਕੇ। ਜੇ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਮੈਂ ਬਚ ਕੇ ਜਾ ਰਿਹਾ, ਇਹ ਬਦਲਾ ਲੈਣ ਦੀ ਗੱਲ ਸੀ, ਚਾਹੇ ਚੋਣਾਂ ਦੀ ਖੇਡ ਹੀ ਹੋਵੇ। ਇੱਥੇ ਤਾਂ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ, ਉਹਨਾਂ ਦੇ ਆਪਦੇ ਬੀਜੇਪੀ ਵਾਲੇ ਉੱਥੇ ਧਰਨੇ ਉਹ ਕਰ ਰਹੇ ਸੀ। ਜੇ ਇਹ ਕਿਹਾ ਜਾਂਦਾ ਹੈ ਵੀ 47 ਨੂੰ ਯਾਦ ਰੱਖੋ, 84 ਨੂੰ ਯਾਦ ਰੱਖਣ ਸਿੱਖ, ਇਹ ਬਦਲਾ ਲੈਣ ਦੀ ਕੋਈ ਗੱਲ ਹੈ? ਹੋਰ ਕੀ ਹੈ? ਜੇ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਅਸੀਂ ਸਿੱਖਾਂ ਦਾ ਕਰ ਰਹੇ ਹਾਂ, ਇਹ ਕਿਹਾ ਜਾਂਦਾ ਵੀ ਜਾਂ ਤਾਂ ਸਾਨੂੰ ਵੋਟ ਪਾ ਦਿਓ, ਨਹੀਂ ਫਿਰ ਦੇਖ ਲਿਓ। ਸੋ ਇਹ ਜਿਹੜੇ ਸਾਡੇ ਬਾਰ-ਬਾਰ, ਚਾਹੇ ਉਹ RDF ਹੈ, ਚਾਹੇ ਉਹ 50 ਕਿਲੋਮੀਟਰ ਵਧਾਉਣਾ ਹੈ, ਚਾਹੇ ਉਹ ਡੈਮ ਦਾ ਉਹ ਖੋਹ ਲੈਣਾ ਹੈ, ਚਾਹੇ ਉੱਤੇ CISF ਲਾਉਣੀ ਹੈ, ਚਾਹੇ ਚੰਡੀਗੜ੍ਹ ਦੇ ਵਿੱਚ ਰਾਜ ਸਭਾ ਦਾ ਮੈਂਬਰ ਦੀ ਗੱਲ ਕਰਨੀ ਹੈ, ਚਾਹੇ ਪੰਜਾਬੀ ਭਾਸ਼ਾ ਦੀ ਗੱਲ ਕਰਨੀ, ਜੇ ਸਾਡਾ ਸਾਰਾ ਕੁਝ ਹੀ ਖੋਇਆ ਜਾ ਰਿਹਾ ਹੈ ਤੇ ਫਿਰ ਪੰਜਾਬ ਤੇ ਹਮਲਾ ਹੀ ਹੈ ਕਿ ਹਮਲਾ ਕਰ ਰਹੀ ਹੈ। ਔਰ ਬੀਜੇਪੀ, ਕਾਂਗਰਸ ਵੀ ਕਰਦੀ ਰਹੀ ਹੈ, ਕਾਂਗਰਸ ਤੋਂ ਇਹ ਤੋਂ ਨਿਕਲ ਨਹੀਂ ਸਕਦੀ ਬਿਲਕੁਲ ਹੀ, ਪਰ ਬੀਜੇਪੀ ਜ਼ਿਆਦਾ ਰੈਬਿਡ ਹੋ ਕੇ ਕਰ ਰਹੀ ਹੈ। ਚਲੋ ਬਹੁਤ ਧੰਨਵਾਦ ਡਾਕਟਰ ਤੁਹਾਡਾ। ਡਬਲ ਇੰਜਨ ਦੀ ਸਰਕਾਰ ਦਾ ਵੀ ਬਾਰ-ਬਾਰ ਇਲੈਕਸ਼ਨਾਂ ਦੇ ਵਿੱਚ ਕਹਿਣਾ ਇਹ ਵੀ ਧਮਕੀ ਆ ਕਿ ਜਾਂ ਸਾਨੂੰ ਵੋਟਾਂ ਪਾਓ ਜਾਂ ਅਸੀਂ ਤੁਹਾਨੂੰ ਚੱਲਣ ਨਹੀਂ ਦਿਆਂਗੇ। ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ, ਅਰਸ਼ਪੀ ਖੜਿਆਲ ਤੁਹਾਡਾ ਬਹੁਤ ਧੰਨਵਾਦ, ਮਿਸਟਰ ਚੰਨੀ ਤੁਹਾਡਾ ਬਹੁਤ ਧੰਨਵਾਦ, ਡਾਕਟਰ ਤੁਹਾਡਾ ਫਿਰ ਤੋਂ ਧੰਨਵਾਦ ਕਰਦਾ। ਬਹੁਤ ਸਾਰੇ ਸਵਾਲ ਹੈ, ਇਹਨੇ ਸਾਰੇ ਸਵਾਲਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸੇ ਡਿਬੇਟ ਦੇ ਵਿੱਚ ਸਮੇਟ ਕੇ ਤੁਹਾਡੇ ਅੱਗੇ ਰੱਖਿਆ ਜਾਵੇ, ਪਰ ਇਹ ਸਵਾਲ ਹੈ ਜਿਹੜੇ ਸਮੇਟੇ ਨਹੀਂ ਜਾ ਸਕਦੇ। ਇਹ ਸਵਾਲ ਅੱਜ ਵੱਡੇ ਹੋ ਰਹੇ ਆ, ਕੱਲ੍ਹ ਨੂੰ ਹੋਰ ਵੱਡੇ ਹੋ ਸਕਦੇ ਆ, ਪਰ ਇਹਨਾਂ ਮਸਲਿਆਂ ਤੇ 10 ਮਾਰਚ ਨੂੰ ਕੀ ਨਤੀਜਾ ਹੁੰਦਾ ਹੈ ਉਸ ਦਾ ਇੰਤਜ਼ਾਰ ਮੈਨੂੰ ਰਹੂਗਾ। ਉਸ ਤੋਂ ਬਾਅਦ ਮੈਂ ਫਿਰ ਇਹ ਸਵਾਲ ਪੁੱਛੂੰਗਾ, ਇਸੇ ਮੰਚ ਤੇ ਆ ਕੇ ਪੁੱਛੂੰਗਾ, ਸੰਘੀ ਢਾਂਚੇ ਦੇ ਸਵਾਲ ਦੇ ਵਿਚਾਲੇ ਕਿਹੜੀ ਧਿਰ ਦੀ ਸੰਘੀ ਕੁੱਟੀ ਗਈ ਹੈ ਜਿਹੜੀ ਅੱਜ ਬੋਲਦੀ ਨਹੀਂ ਪਈ, ਉਦੋਂ ਮੈਂ ਪੁੱਛੂੰਗਾ ਜ਼ਰੂਰ। ਬਹੁਤ ਧੰਨਵਾਦ।